हाँ जी दोस्तों, सत श्री अकाल जी। मैं रमनदीप ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੀ ਆਪਣੇ ਚੈਨਲ ਰਮਨ ਇੰਸਟੀਟਿਊਟ 'ਤੇ ਅਤੇ ਸਵਾਗਤ ਕਰਦਾ ਹਾਂ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਚੈਪਟਰ 11th ਦਾ ਵੈਦਿਕ ਏਜ ਤਾਂ ਵੈਦਿਕ ਕਾਲ ਦੇ ਬਾਰੇ ਅਸੀਂ ਡਿਸਕਸ ਕਰਾਂਗੇ। ਸਬਜੈਕਟ ਜਿਹੜਾ ਸੋਸ਼ਲ ਸਟੱਡੀ ਹੈ ਅਤੇ ਉਸ 'ਤੇ ਹਿਸਟਰੀ ਦੇ ਜਿਹੜਾ 3rd ਚੈਪਟਰ ਹੈ ਔਰ ਸੋਸ਼ਲ ਸਟੱਡੀ ਦਾ 11th ਚੈਪਟਰ ਹੈਗਾ ਤਾਂ ਵੈਦਿਕ ਏਜ 6th ਕਲਾਸ ਦਾ ਹੈ, ਪੰਜਾਬ ਬੋਰਡ ਦਾ ਹੈ। ਸੋ ਹਰ ਰੋਜ਼ ਦੀ ਤਰ੍ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਕਿ ਜਿਹੜੀ ਵਿਦਿਆਰਥੀ ਚੈਨਲ ਦੀ ਪਹਿਲੀ ਵਾਰ ਹੈ ਉਹ ਚੈਨਲ ਨੂੰ ਸਬਸਕ੍ਰਾਈਬ ਕਰਨ ਅਤੇ ਨਾਲ ਹੀ ਬੈਲ ਆਈਕਨ 'ਤੇ ਕਲਿੱਕ ਕਰਨ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਅੱਜ ਦੇ ਇਸ ਚੈਪਟਰ ਦੇ ਵਿੱਚ ਅਸੀਂ ਦਾ ਵੈਦਿਕ ਏਜ ਬਾਰੇ ਪੜ੍ਹਾਂਗੇ ਔਰ ਅਸੀਂ ਮਾਸਟਰ ਗੇਟ ਦੀ ਜਿਹੜੀ ਬੈਸਟ ਪ੍ਰੀਪਰੇਸ਼ਨ ਦੇ ਲਈ ਕਿ ਜਿਹੜਾ ਸੀਰੀਜ਼ ਸ਼ੁਰੂ ਕੀਤੀ ਹੈ, ਜਿਸ ਦੇ ਵਿੱਚ ਪੰਜਾਬ ਬੋਰਡ ਦੀ 6th ਕਲਾਸ ਤੋਂ ਲੈ ਕੇ 12th ਕਲਾਸ ਦੀ ਜਿਹੜੀ SST ਹੈ ਜਿਹੜੀ ਉਸ ਦੇ ਜਿਹੜੇ ਸਾਰੇ ਚੈਪਟਰ ਨੇ ਉਹ ਅਸੀਂ ਚੈਪਟਰ ਵਾਈਜ਼ ਵੀਡੀਓ ਜਿਹੜੀਆਂ ਅਪਲੋਡ ਕਰਾਂਗੇ ਤਾਂ ਜੋ ਤੁਸੀਂ ਜਿਹੜਾ SST ਨੂੰ ਬੇਸ ਤੋਂ ਸਮਝ ਸਕੋ, ਸਟਾਰਟਿੰਗ ਤੋਂ ਸਮਝ ਸਕੋ ਅਤੇ ਇਹਨੇ ਦੇਖੋ ਜਿਹੜੀ ਗਹਿਰਾਈ ਦੇ ਨਾਲ ਸਟੱਡੀ ਕਰ ਸਕੋ ਅਤੇ ਚੰਗੇ ਤਰੀਕੇ ਨਾਲ ਜਿਹੜੀ ਮਾਸਟਰ ਗੇਟ ਦੀ ਜਾਂ PSTET ਜਾਂ CTET ਦੀ ਜਿਹੜੀ ਪ੍ਰੀਪਰੇਸ਼ਨ ਉਹ ਕਰ ਸਕੋ। ਅਤੇ ਨਾਲ ਹੀ ਅਸੀਂ NCERT ਦੀਆਂ ਜਿਹੜੀਆਂ ਬੁੱਕਸ ਨੇ ਉਹਨਾਂ ਦੇ ਵੀ ਚੈਪਟਰ SST ਦੀ ਇਸੇ ਤਰ੍ਹਾਂ ਸੀਰੀਜ਼ ਜਿਹੜੀ ਸ਼ੁਰੂ ਕਰਾਂਗੇ ਤਾਂ ਜੋ ਚੰਗੀ ਜਿਹੜੀ ਪ੍ਰੀਪਰੇਸ਼ਨ ਹੋ ਸਕੇ। ਸੋ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ ਦੱਸਿਆ ਜ਼ਰੂਰ ਕਰੋ ਔਰ ਨਾਲ ਹੀ ਸੁਜੈਸ਼ਨ ਦਿਆ ਕਰੋ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਆ ਕਰੋ ਤਾਂ ਜੋ ਵੱਧ ਤੋਂ ਵੱਧ ਜਿਹੜੇ ਸਟੂਡੈਂਟ ਨੇ ਉਸ ਦਾ ਲਾਭ ਉਠਾ ਸਕਣ ਅਤੇ ਕਿਸੇ ਪ੍ਰਕਾਰ ਦੀ ਜੇਕਰ ਕਮੀ ਪੇਸ਼ੀ ਹੈ ਤਾਂ ਉਸ ਦੇ ਲਈ ਸਾਨੂੰ ਜਿਹੜਾ ਆਪਣੇ ਸੁਝਾਅ ਦੇਣੇ ਉਹ ਨਾ ਭੁੱਲਿਓ। ਸੋ ਸ਼ੁਰੂ ਕਰਦੇ ਅੱਜ ਦਾ ਸੈਸ਼ਨ 11th ਕਲਾਸ 6th ਕਲਾਸ ਦਾ ਪੰਜਾਬ ਬੋਰਡ ਦੇ 11th ਚੈਪਟਰ ਦਾ ਵੈਦਿਕ ਏਜ। ਸੋ ਵੈਦਿਕ ਕਾਲ ਜਿਹੜਾ ਉਹ 1500 ਈਸਾ ਪੂਰਵ ਤੋਂ ਲੈ ਕੇ 500 ਈਸਾ ਪੂਰਵ ਤੱਕ ਦਾ ਸਮਾਂ ਸੀਗਾ। ਸੋ ਇੰਟਰੋਡਕਸ਼ਨ, you might have heard of the 4 Veds as scared book of the Hindu। ਸੋ ਤੁਸੀਂ ਸਾਰੇ ਹੀ ਜਾਣਦੇ ਹੈਗੇ ਆ ਕਿ ਵੇਦ ਦੇ ਜਿਹੜੇ 4 ਵੇਦ ਨੇਗੇ ਉਹ ਬਹੁਤ ਫੇਮਸ ਨੇਗੇ, ਠੀਕ ਹੈ। ਔਰ ਹਿੰਦੂ ਦੇ ਧਰਮ ਦੀ ਕਹਿ ਸਕਦੇ ਹਾਂ ਜਾਂ ਪੁਰਾਤਨ ਗ੍ਰੰਥ ਜਿਹੜੇ ਅਸੀਂ ਕਹਿ ਸਕਦੇ ਹਾਂ ਜਿਹੜੇ 4 ਵੇਦ ਨੇ, ਠੀਕ ਹੈ। ਦੇ ਆਰ ਦਾ ਰਿਗਵੇਦਾ, ਸਾਮਵੇਦਾ, ਯੁਜੁਰਵੇਦਾ ਐਂਡ ਦਾ ਅਥਰਵੇਦਾ। ਸੋ ਇਹ 4 ਵੇਦ ਨੇ ਜਿਨ੍ਹਾਂ ਦੇ ਉੱਪਰ ਪੁਰਾਤਨ ਜਿਹੜੇ ਗ੍ਰੰਥਾਂ ਦੇ ਰੂਪ ਦੇ ਵਿੱਚ ਜਾਣੇ ਜਾਂਦੇ ਹੈਗੇ ਨੇ ਕਿ ਰਿਗਵੇਦਾ ਹੋ ਜਾਂਦਾ ਹੈ, ਸਾਮਵੇਦਾ ਹੋ ਜਾਂਦਾ ਹੈ, ਯੁਜੁਰਵੇਦਾ ਹੋ ਜਾਂਦਾ ਐਂਡ ਅਥਰਵੇਦਾ ਹੁੰਦਾ। The Rigveda is the oldest book in the world. It is a collection of humans mantras in the process of the nature gods. It was not written by one person. Hymns written by several scholars, rishis over a long period of time were included in it. ਸੋ ਰਿਗਵੇਦਾ ਜਿਹੜਾ ਇਹਨਾਂ ਦੇ ਵਿੱਚੋਂ ਸਭ ਤੋਂ ਪੁਰਾਣਾ ਗ੍ਰੰਥ ਹੈਗਾ, ਠੀਕ ਹੈ। ਪੂਰੇ ਵਿਸ਼ਵ ਦੇ ਵਿੱਚ ਸਭ ਤੋਂ ਪੁਰਾਣਾ ਹੈਗਾ। ਇੱਕ ਕੁਐਸਚਨ ਬਹੁਤ ਵਾਰ ਪੁੱਛਿਆ ਜਾ ਸਕਦਾ ਹੈ ਕਿ ਸਭ ਤੋਂ ਪੁਰਾਣਾ ਜਿਹੜਾ ਗ੍ਰੰਥ ਕਿਹੜਾ ਹੈ, ਤਾਂ ਤੁਸੀਂ ਰਿਗਵੇਦਾ ਜਿਹੜਾ ਉਹ ਟਿਕ ਕਰਨਾ ਹੈਗਾ। ਰਿਗਵੇਦ ਜਿਹੜਾ ਗ੍ਰੰਥ ਹੈ ਉਹ ਸਭ ਤੋਂ ਪੁਰਾਣਾ ਆ ਜਾਂਦਾ ਹੈ। ਔਰ 4 ਵੇਦ ਨੇ ਕਿ ਰਿਗਵੇਦਾ, ਸਾਮਵੇਦਾ, ਯੁਜੁਰਵੇਦਾ ਐਂਡ ਅਥਰਵੇਦਾ। ਇਸ ਨੂੰ ਲਿਖਣ ਦੇ ਲਈ ਕੋਈ ਇੱਕ ਪਰਸਨ ਜਿਹੜਾ ਨਹੀਂ ਕੰਮ ਕਰਦਾ ਸੀਗਾ, ਠੀਕ ਹੈ। ਇੱਕ ਪਰਸਨ ਦੁਆਰਾ ਇਹ ਨਹੀਂ ਲਿਖਿਆ ਗਿਆ ਸੀਗਾ, ਬਹੁਤ ਸਾਰੇ ਜਿਹੜੇ ਰਿਸ਼ੀ ਸੀਗੇ ਉਹਨਾਂ ਦੇ ਦੁਆਰਾ ਇਹ ਲਿਖਿਆ ਗਿਆ ਸੀਗਾ। ਔਰ ਇਸ ਦੇ ਵਿੱਚ ਜਿਹੜਾ ਮੰਤਰਾਂ ਬਾਰੇ ਦੱਸਿਆ ਗਿਆ ਹੈਗਾ, ਜਿਹੜੇ ਮੰਤਰ ਪੜ੍ਹ ਕੇ ਕੀ ਹੈਗਾ ਤੁਸੀਂ ਨੇਚਰ ਜਾਂ ਗੋਡ ਦੀ ਜਿਹੜੀ ਪੂਜਾ ਕਰ ਸਕਦੇ ਹੋ, ਉਸ ਨੂੰ ਜਿਹੜਾ ਸੰਬੋਧਿਤ ਕਰ ਸਕਦੇ ਹੋ, ਉਸ ਦੇ ਲਈ ਇਹਨਾਂ ਦੇ ਬਾਰੇ ਉਸ ਬਾਰੇ ਜਿਹੜਾ ਇਹਨਾਂ ਰਿਗਵੇਦ ਦੇ ਵਿੱਚ ਲਿਖਿਆ ਹੋਇਆ ਹੈਗਾ। Several other books were written after the Veds for a long time, some of them commentary on the Veds. The other explain the rituals mentioned in the Veds, and yet other are works of philosophy of religions. So ਵੇਦਾਂ ਤੋਂ ਇਲਾਵਾ ਜਿਹੜੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਬੁੱਕਸ ਜਿਹੜੀਆਂ ਉਹ ਲਿਖੀਆਂ ਗਈਆਂ ਨੇ ਵੇਦਾਂ ਤੋਂ ਬਾਅਦ, ਠੀਕ ਆ। ਔਰ ਲੌਂਗ ਟਾਈਮ ਦੇ ਵਿੱਚ ਇਹ ਜਿਹੜੇ ਸਾਰੇ ਵੇਦ ਲਿਖੇ ਗਏ ਸੀਗੇ, ਕਾਫੀ ਸਮਾਂ ਇਸ ਨੂੰ ਲਿਖਣ ਦੇ ਵਿੱਚ ਲੱਗਿਆ ਸੀਗਾ ਅਲੱਗ-ਅਲੱਗ ਰਿਸ਼ੀਆਂ ਦੁਆਰਾ। ਔਰ ਇਸੇ ਤੋਂ ਬਾਅਦ ਇਤਿਹਾਸ ਨੂੰ ਜਾਣਨ ਦੇ ਲਈ, ਇਤਿਹਾਸ ਬਾਰੇ ਹੋਰ ਐਕਸਪਲੇਨ ਕਰਨ ਦੇ ਲਈ ਔਰ ਸਮਝਣ ਦੇ ਲਈ ਸਾਨੂੰ ਜਿਹੜੀ ਹੋਰ ਕੁਛ ਜਿਹੜੇ ਲਿਟਰੇਚਰ ਨਾਲ ਸੰਬੰਧਿਤ ਜਿਹੜੀ ਬੁੱਕਸ ਮਿਲਦੀਆਂ ਨੇ ਜਿਹੜੀਆਂ ਕਿ ਫਿਲੋਸਫੀ ਆਫ ਰਿਲੀਜਨ ਦੇ ਨਾਲ ਸੰਬੰਧਿਤ ਸੀਗੀਆਂ, ਠੀਕ ਹੈ। ਤਾਂ ਦੇ ਆਰ ਕਾਲਡ, ਤਾਂ ਇਹਨਾਂ ਨੂੰ ਕਿਹੜੇ ਨਾਮਾਂ ਦੇ ਨਾਮ ਨਾਲ ਜਾਣਦੇ ਸੀ ਜਿਹੜੇ ਕਿ ਧਰਮ ਦਰਸ਼ਨ ਦੇ ਬਾਰੇ ਸਾਨੂੰ ਜਾਣਕਾਰੀ ਦਿੰਦੇ ਹਨ। ਬ੍ਰਾਹਮਣ, ਆਰਜਨਕ ਹੋ ਗਿਆ, ਉਪਨਿਸ਼ੇਦ ਹੋ ਗਿਆ, ਸੂਤਰਸ ਹੋ ਗਿਆ। ਸੋ ਇਹ ਸੀਗੇ ਜਿਹੜੇ ਵੇਦਸ ਤੋਂ ਬਾਅਦ ਜਿਹੜੇ ਲਿਖੇ ਗਏ ਸੀ, ਜਿਹੜੇ ਧਰਮ ਦਰਸ਼ਨ ਦੇ ਬਾਰੇ ਸਾਨੂੰ ਜਿਹੜੀ ਜਾਣਕਾਰੀ ਦਿੰਦੇ ਸੀਗੇ।
ਟੂਗੈਦਰ ਦੇ ਆਰ ਨੋਨ ਇਜ਼ ਦਾ ਵੈਦਿਕ ਲਿਟਰੇਚਰ। ਸੋ ਇਹ ਸਾਰੇ ਜਿਹੜੇ ਚਾਰ ਦੇ ਚਾਰੇ ਧਰਮ ਦਰਸ਼ਨ ਦੇ ਨੇ, ਇਹਨਾਂ ਸਾਰਿਆਂ ਨੂੰ ਕੀ ਹੈਗਾ ਗਾ, ਵੈਦਿਕ ਲਿਟਰੇਚਰ ਕਿਹਾ ਜਾਂਦਾ ਹੈਗਾ। ਸੋ ਵੈਦਿਕ ਲਿਟਰੇਚਰ ਦੇ ਵਿੱਚ ਕਿਹੜੇ ਹੋਗੇ, ਬ੍ਰਾਹਮਣਸ ਹੋ ਗਏ, ਆਰੀਅਨਸ ਹੋ ਗਏ, ਔਰ ਸੂਤਰ ਹੋ ਉਪਨਿਸ਼ੇਦ ਹੋ ਗਏ ਐਂਡ ਸੂਤਰ ਹੋ ਗਏ। ਠੀਕ ਹੈ, ਸੋ ਇਹ ਆ ਜਾਂਦੇ ਆ ਵੇਦ ਦੇ ਵਿੱਚ, 4 ਵੇਦ ਆ ਜਾਂਦੇ ਹੈਗੇ ਨੇ। ਸੋ ਇਸੇ ਜਿਸ ਕਾਲ ਦੇ ਵਿੱਚ ਇਹ ਸਾਰਾ ਕੁਝ ਲਿਖਿਆ ਗਿਆ ਹੈਗਾ। ਠੀਕ ਹੈ, ਦ ਲੌਂਗ ਪੀਰੀਅਡ ਵੈਨ ਦੀ ਵਰਕ ਵਾਸ ਦਾ ਕੰਪੋਜ਼ਡ ਇਜ਼ ਕਾਲਡ ਵੈਦਿਕ ਪੀਰੀਅਡ। ਸੋ ਇਸੇ ਪੀਰੀਅਡ ਨੂੰ ਕੀ ਹੈ, ਵੈਦਿਕ ਪੀਰੀਅਡ ਕਿਹਾ ਜਾਂਦਾ, ਜਿਨ੍ਹਾਂ ਪੀਰੀਅਡਸ ਦੇ ਵਿੱਚ ਜਿਹੜੇ ਸਮੇਂ ਦੇ ਦੌਰਾਨ ਰਿਗਵੇਦ ਲਿਖੇ ਗਏ ਨੇਗੇ। ਠੀਕ ਹੈ, ਜਾਂ ਉਸ ਨਾਲ ਸੰਬੰਧਿਤ ਜਿਹੜਾ ਵੈਦਿਕ ਲਿਟਰੇਚਰ ਆ ਉਹ ਲਿਖਿਆ ਗਿਆ ਹੈ, ਉਸ ਕਾਲ ਨੂੰ ਅਸੀਂ ਵੈਦਿਕ ਕਾਲ ਦੇ ਨਾਮ ਨਾਲ ਜਾਣਦੇ ਹੈਗੇ ਹਾਂ। ਔਰ ਇਹ ਵੈਦਿਕ ਕਾਲ ਜਿਹੜਾ ਉਹ 1500 ਈਸਵੀ ਪੂਰਵ ਤੋਂ 500 ਈਸਵੀ ਪੂਰਵ ਤੱਕ ਦਾ ਹੈ ਸਮਾਂ ਹੈਗਾ। ਠੀਕ ਹੈ ਜੀ, ਇਹ ਵੀ ਪੁੱਛਿਆ ਜਾਂਦਾ ਕਿ ਵੈਦਿਕ ਦਾ ਜਿਹੜਾ ਸਮਾਂ ਕਿੰਨਾ ਹੈ, ਤਾਂ 1500 ਈਸਵੀ ਪੂਰਵ ਤੋਂ ਲੈ ਕੇ 500 ਈਸਵੀ ਪੂਰਵ ਤੱਕ ਦਾ ਸਮਾਂ ਰਿਹਾ ਹੈਗਾ। ਸੋ ਵੈਦਿਕ ਕਾਲ ਨੂੰ 2 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ। ਫਸਟ ਆ ਜਾਂਦਾ ਹੈ ਰਿਗਵੇਦਾ ਜਾਂ ਅਰਲੀ ਵੈਦਿਕ ਸਿਵਲਾਈਜੇਸ਼ਨ। ਠੀਕ ਹੈ, ਪਹਿਲਾ ਜਿਹੜਾ ਸਾਨੂੰ ਰਿਗਵੇਦ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਅਤੇ ਆਰੰਭਕ ਵੈਦਿਕ ਕਾਲ ਦੇ ਨਾਲ ਵੀ ਜਾਣਿਆ ਜਾਂਦਾ ਹੈ। ਉਸ ਤੋਂ ਦੂਸਰਾ ਜਿਹੜਾ ਆਉਂਦਾ ਉਹ ਲੈਟਰ ਵੈਦਿਕ ਸਿਵਲਾਈਜੇਸ਼ਨ ਆ ਜਾਂਦਾ ਹੈ, ਯਾਨੀ ਕਿ ਉੱਤਰ ਵੈਦਿਕ ਕਾਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। 2 ਪਾਰਟਸ ਦੇ ਵਿੱਚ ਵੈਦਿਕ ਕਾਲ ਜਿਹੜਾ ਉਹ ਡਿਵਾਈਡ ਕੀਤਾ ਹੋਇਆ ਹੈਗਾ। ਬਹੁਤ ਇੰਪੋਰਟੈਂਟ ਹੈਗਾ। ਸੋ ਇਸ ਚੈਪਟਰ ਨੂੰ ਧਿਆਨ ਦੇ ਨਾਲ ਸੁਣੋ ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਜਿਹੜਾ ਇਸਦਾ ਕੰਸੈਪਟ ਉਹ ਕਲੀਅਰ ਹੋ ਜਾਣ। ਨੈਕਸਟ ਆਉਂਦਾ ਦ ਪੀਪਲ ਆਫ ਦਿਸ ਸਿਵਲਾਈਜੇਸ਼ਨ ਆਰ ਜਨਰਲੀ ਕਾਲਡ ਦਾ ਆਰੀਅਨਸ। ਸੋ ਇਸ ਸਿਵਲਾਈਜੇਸ਼ਨ ਦੇ ਜਿਹੜੇ ਲੋਕ ਸੀਗੇ ਇਸ ਸਿਵਲਾਈਜੇਸ਼ਨ ਦੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਆਰੀਅਨਸ ਦੇ ਨਾਮ ਨਾਲ ਜਾਣਿਆ ਸੀ। ਥੀਸ ਪੀਪਲ lived in Punjab from the border of Pakistan to Jamuna in the early period and gradually spread toward east and south in the Gangetic plain। ਸੋ ਵੈਦਿਕ ਲੋਕ ਸੀਗੇ ਜਿਹੜੇ ਉਹ ਆਮ ਤੌਰ 'ਤੇ ਉਹਨਾਂ ਨੂੰ ਅਸੀਂ ਆਰੀਆ ਨਾਮ ਦੇ ਨਾਲ ਜਿਹੜਾ ਜਾਣਿਆ ਜਾਂਦਾ ਸੀ ਜਾਂ ਕਿਹਾ ਜਾਂਦਾ ਸੀ। ਸ਼ੁਰੂਆਤ ਦੇ ਵਿੱਚ ਇਹ ਜਿਹੜੇ ਲੋਕ ਸੀਗੇ ਪੰਜਾਬ ਵਿੱਚ ਅਤੇ ਜਮਨਾ ਨਦੀ ਤੋਂ ਲੈ ਕੇ ਪਾਕਿਸਤਾਨ ਦੀ ਸੀਮਾ ਤੱਕ ਦੇ ਜਿਹੜੇ ਏਰੀਏ ਦੇ ਵਿੱਚ ਰਹਿੰਦੇ ਸੀਗੇ। ਹੌਲੀ ਹੌਲੀ ਬਾਅਦ ਦੇ ਵਿੱਚ ਇਹ ਲੋਕ ਜਿਹੜੇ ਪੂਰਬ ਅਤੇ ਦੱਖਣ ਵਿੱਚ ਗੰਗਾ ਨਦੀ ਦੇ ਜਿਹੜੇ ਮੈਦਾਨ ਸੀਗੇ, ਪਲੇਨ ਏਰੀਏ ਸੀਗੇ, ਉਹਨਾਂ ਦੇ ਵਿੱਚ ਜਾ ਕੇ ਰਹਿਣਾ ਸ਼ੁਰੂ ਕਰ ਦਿੱਤਾ ਸੀ ਇਹਨਾਂ ਨੇ। There is a difference of opinion amongst scholars about the original home of Vedic people। ਸੋ ਜਿਹੜੀ ਆਰੀਅਨ ਲੋਕ ਨੇ ਜਾਂ ਵੈਦਿਕ ਸੱਭਿਅਤਾ ਦੇ ਲੋਕ ਸੀਗੇ ਉਹਨਾਂ ਦੇ ਬਾਰੇ ਅਲੱਗ-ਅਲੱਗ ਜਿਹੜੀਆਂ ਓਪੀਨੀਅਨ ਜਿਹੜੇ ਉਹ ਮੰਨੇ ਜਾਂਦੇ ਹੈਗੇ ਨੇਗੇ, ਡਿਫਰੈਂਸ ਨੇਗੇ ਸਾਰੇ ਸਕੋਲਰਸ ਦੇ ਦੁਆਰਾ। ਸੋ ਕੁਛ ਸਕੋਲਰਸ ਕੁਛ ਕਹਿੰਦੇ ਹੈਗੇ ਨੇ ਅਤੇ ਕੁਛ ਕਹਿੰਦੇ ਨੇ, ਉਹਨਾਂ ਬਾਰੇ ਆਪਾਂ ਗੱਲ ਕਰਦੇ ਹਾਂ। ਸਮ ਸਕੋਲਰਸ think that they come to Punjab from Central Asia while the other think that they come from the European borderland in Russia। ਸੋ ਕੁਛ ਜਿਹੜੇ ਸਕਾਲਰ ਨੇਗੇ ਉਹ ਸਮਝਦੇ ਨੇ ਕਿ ਇਹ ਪੰਜਾਬ ਦੇ ਵਿੱਚ ਜਿਹੜੇ ਸੈਂਟਰਲ ਏਸ਼ੀਆ ਦੇ ਵਿੱਚੋਂ ਆਏ ਹੈਗੇ ਨੇਗੇ। ਠੀਕ ਹੈ, ਯਾਨੀ ਕਿ ਇਹਨਾਂ ਦਾ ਜਿਹੜਾ ਅਸਲੀ ਨਿਵਾਸ ਸਥਾਨ ਹੈ ਉਹ ਮੱਧ ਏਸ਼ੀਆ ਹੈਗਾ ਅਤੇ ਮੱਧ ਏਸ਼ੀਆ ਤੋਂ ਇਹ ਪੰਜਾਬ ਦੇ ਵਿੱਚ ਆਏ ਹੈਗੇ ਨੇਗੇ। ਠੀਕ ਹੈ, ਔਰ ਦੂਸਰਾ ਜਿਹੜਾ ਵਿਚਾਰ ਹੈਗਾ ਕਿ ਇਹਨਾਂ ਦੇ ਵਿੱਚ ਕਿ ਜਿਹੜੇ ਇਹ ਆਰੀਅਨ ਲੋਕ ਨੇ ਇਹ ਰੂਸ ਦੇ ਯੂਰਪੀ ਸੀਮਾਵਰਤੀ ਇਲਾਕਿਆਂ ਤੋਂ ਆਏ ਨੇਗੇ, ਯੂਰਪੀਅਨ ਬਾਰਡਰਲੈਂਡ ਦੇ ਨਾਲ ਜਿਹੜੇ ਕਿ ਰਸ਼ੀਆ ਦੇ ਨਾਲ ਹੈ ਉੱਥੋਂ ਆਏ ਹੈਗੇ ਨੇਗੇ। Most of the scholars now think that Vedic peoples did not come from the outside and the Punjab was their original homeland। ਸੋ ਕੁਛ ਸਕਾਲਰ ਨੇ ਜਿਹੜੇ ਇਹ ਮੰਨਦੇ ਹੈਗੇ ਨੇ ਕਿ ਜਿਹੜੇ ਵੈਦਿਕ ਪੀਪਲ ਨੇਗੇ ਉਹਨਾਂ ਦਾ ਜਿਹੜਾ ਆਊਟਸਾਈਡ ਤੋਂ ਬਾਹਰੋਂ ਯਾਨੀ ਕਿ ਬਾਹਰੋਂ ਕਿਤੋਂ ਨਹੀਂ ਹੈਗੇ, ਉਹ ਪੰਜਾਬ ਦੇ ਮੂਲ ਨਿਵਾਸੀ ਹੈਗੇ ਨੇ ਕਿ ਓਰੀਜਨਲ ਹੋਮਲੈਂਡ ਜਿਹੜੀ ਉਹਨਾਂ ਦੀ ਉਹ ਪੰਜਾਬ ਹੀ ਹੈਗੀ। ਵੀ ਫਾਈਂਡ ਮੈਂਸ਼ਨ ਆਫ ਦਾ ਰਿਵਰ ਲਾਈਕ ਇੰਡਸ ਜਿਹਨੂੰ ਸਿੰਧੂ ਕਿਹਾ ਜਾਂਦਾ ਸੀ ਪੁਰਾਤਨ ਸਮੇਂ ਦੇ ਵਿੱਚ, ਜੇਹਲਮ ਜਿਹਨੂੰ ਵਿਤਸਤਾ ਕਿਹਾ ਜਾਂਦਾ ਸੀਗਾ, ਚੈਨਾਬ ਜਿਹਨੂੰ ਅਸਕਨਿਕੀ ਕਿਹਾ ਜਾਂਦਾ ਸੀਗਾ, ਕਨੀ ਕਿਹਾ ਜਾਂਦਾ ਸੀ, ਰਵੀ ਜਿਹਨੂੰ ਪੁਰਸ਼ਨੀ ਕਿਹਾ ਜਾਂਦਾ ਸੀਗਾ, ਵਿਆਸ ਜਿਹਨੂੰ ਵਿਪਸਾ ਕਿਹਾ ਜਾਂਦਾ ਸੀ, ਸਤਲੁਜ ਜਿਹੜੀ ਸੀਗੀ ਸਰਸਵਤੀ ਨੂੰ। ਸੋ ਇਹ ਰਿਵਰਸ ਦੇ ਨਾਮ ਵੀ ਤੁਸੀਂ ਜ਼ਰੂਰ ਯਾਦ ਰੱਖਣਗੇ। ਪੁਰਾਤਨ ਜਾਂ ਵੈਦਿਕ ਕਾਲ ਦੇ ਵਿੱਚ ਇਹਨਾਂ ਨੂੰ ਕਿਹੜੇ ਨਾਮ ਦੇ ਨਾਲ ਜਾਣਿਆ ਸੀ ਅਤੇ ਪ੍ਰੈਜ਼ੈਂਟ ਟਾਈਮ ਦੇ ਵਿੱਚ ਇਹਨਾਂ ਨੂੰ ਕੀ ਨਾਮ ਦੇ ਨਾਲ, ਸਰਸਵਤੀ, ਜਮਨਾ ਐਂਡ ਗੰਗਾ ਇਨ ਦਾ ਰਿਗਵੇਦਾ। ਸੋ ਇਹ ਸਾਰਿਆਂ ਦੀਆਂ ਸਾਰੀਆਂ ਜਿਹੜੀਆਂ ਨਦੀਆਂ ਨੇਗੀਆਂ, ਸਰਸਵਤੀ ਹੋ ਗਈ, ਜਮਨਾ ਹੋ ਗਈ, ਗੰਗਾ ਹੋ ਗਈ, ਇੰਡਸ, ਜੇਹਲਮ, ਚਨਾਬ, ਰਾਵੀ, ਇਹਨਾਂ ਸਾਰਿਆਂ ਦਾ ਜ਼ਿਕਰ ਹੈ ਜਿਹੜਾ ਉਹ
ਰਿਗਵੇਦਾ ਦੇ ਵਿੱਚ ਸਾਨੂੰ ਮਿਲਦਾ ਹੈਗਾ ਗਾ। ਰਿਗਵੇਦਿਕ ਜਿਹੜਾ ਗ੍ਰੰਥ ਹੈ ਉੱਥੇ ਇਹ ਸਾਰੀਆਂ ਜਿਹੜੀਆਂ ਰਿਵਰਸ ਨੇ ਉਹਨਾਂ ਦਾ ਜ਼ਿਕਰ ਕੀਤਾ ਹੋਇਆ ਹੈਗਾ ਗਾ। ਦ ਸਰਸਵਤੀ ਵਾਜ ਦਾ ਮੋਸਟ ਸਕੇਅਰਡ ਰਿਵਰ ਇਨ ਦਾ ਵੈਦਿਕ ਟਾਈਮ। ਸੋ ਸਰਸਵਤੀ ਸਭ ਤੋਂ ਫੇਮਸ ਜਾਂ ਸਭ ਤੋਂ ਅੱਛੀ ਜਾਂ ਪਵਿੱਤਰ ਜਿਹੜੀ ਰਿਵਰ ਉਸ ਸਮੇਂ ਦੇ ਵਿੱਚ ਮੰਨੀ ਜਾਂਦੀ ਸੀ ਵੈਦਿਕ ਟਾਈਮ ਦੇ ਵਿੱਚ। ਦ ਪੰਜਾਬ ਵਾਜ ਨੋਨ ਐਜ਼ ਦਾ ਸਪਤ ਸਿੰਧੂ ਔਰ ਦ ਲੈਂਡ ਆਫ 7 ਰਿਵਰਸ ਆਫਟਰ ਦਾ ਥੀਸ ਰਿਵਰਸ। ਸੋ ਪੰਜਾਬ ਨੂੰ ਸਪਤ ਸਿੰਧੂ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਵੈਦਿਕ ਕਾਲ ਦੇ ਵਿੱਚ, ਅਤੇ ਔਰ ਲੈਂਡ ਆਫ 7 ਰਿਵਰਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ, ਯਾਨੀ ਕਿ ਸਪਤ ਸਿੰਧੂ ਜਾਂ 7 ਨਦੀਆਂ ਦਾ ਜਿਹੜਾ ਪ੍ਰਦੇਸ਼ ਸੀਗਾ। ਸਪਤ ਸਿੰਧੂ ਦਾ ਮੀਨਿੰਗ ਇਹ ਸੀ ਕਿ 7 ਨਦੀਆਂ ਦਾ ਜਿਹੜਾ ਪ੍ਰਦੇਸ਼ ਹੈ ਦੇ ਨਾਮ ਨਾਲ ਜਾਣਿਆ ਸੀ। ਸੋ ਆਰੀਆ ਕੌਣ ਸੀਗੇ? ਆਰੀਆ ਦਾ ਮੀਨਿੰਗ ਹੈਗਾ ਕਿ ਆਰੀਆ ਮੀਨਸ ਨੋਬਲ ਇਨ ਐਜੂਕੇਟਡ ਐਂਡ ਵੈਲ ਮੈਨਰਡ ਪਰਸਨ। ਸੋ ਆਰੀਆ ਦਾ ਜਿਹੜਾ ਮੀਨਿੰਗ ਹੈਗਾ ਕਿ ਜਿਹੜੇ ਉਹ ਲੋਕ ਨੇ ਜਿਹੜੇ ਸਿੱਖਤ ਨੇਗੇ, ਵੈਲ ਮੈਨਰ ਨੇਗੇ, ਚੰਗੇ ਸੁਭਾਅ ਦੇ ਨੇਗੇ, ਠੀਕ ਹੈ, ਚੰਗੇ ਤਰੀਕੇ ਨਾਲ ਦੂਸਰੇ ਲੋਕਾਂ ਨਾਲ ਵਿਵਹਾਰ ਕਰਦੇ ਨੇ, ਚੰਗੇ ਜੀਵਨ ਵਾਲੇ ਲੋਕ ਨੇ, ਜਿਹੜੇ ਚੰਗੇ ਵਿਚਾਰਾਂ ਵਾਲੇ ਲੋਕ ਨੇ, ਉਹਨਾਂ ਨੂੰ ਆਰੀਆ ਕਿਹਾ ਜਾਂਦਾ ਸੀਗਾ। ਨੈਕਸਟ ਹੈ according to some historians, Aryans were inhabitation of India, but other historians feel that they come from outside. But now the generally expected view is that Professor Max Muller, a German scholar, after the study of all languages, he come to conclusion that the Indian, Romans, Greeks, and Persians ancestors once must have lived together. The language of the people of all these castes prove that they must have lived together. On the basis of some words of many languages, he tried to prove that there was no difference between them. According to him, Aryans were the inhabitation of Central Asia, and from there spread in India and other countries. ਸੋ ਬਹੁਤ ਸਾਰੇ ਸਕਾਲਰਸ ਨੇ ਜਿਨ੍ਹਾਂ ਨੇ ਅਲੱਗ ਅਲੱਗ ਜਿਹੜੇ ਵਿਚਾਰ ਪੇਸ਼ ਕੀਤੇ ਹੈਗੇ ਨੇ ਕਿ ਆਰੀਅਨ ਬਾਹਰੋਂ ਆਏ ਨੇ ਜਾਂ ਬਾਹਰੋਂ ਤੋਂ ਨਹੀਂ ਆਏ ਜਾਂ ਇੰਡੀਆ ਦੇ ਮੂਲ ਨਿਵਾਸੀ ਨੇ। ਬਟ ਉਹਨਾਂ ਦੇ ਵਿੱਚੋਂ ਇੱਕ ਮੁੱਖ ਜਿਹੜਾ ਪ੍ਰਮੁੱਖ ਜਨਰਲ ਜਿਹੜਾ ਹੈਗਾ ਸਕਾਲਰ ਹੈਗਾ ਉਹ ਹੈ ਪ੍ਰੋਫੈਸਰ ਮੈਕਸ ਮੁਲਰ, ਜਿਹੜਾ ਕਿ ਜਰਮਨ ਦਾ ਸਕਾਲਰ ਹੈਗਾ ਗਾ। ਇਸ ਵਿਅਕਤੀ ਨੇ ਕੀ ਕੀਤਾ ਹੈ ਕਿ ਇਸਨੇ ਜਿਹੜੀਆਂ ਸਟੱਡੀ ਕੀਤੀ ਹੈ ਕਿਸ ਚੀਜ਼ ਦੀ? ਸਾਰੀਆਂ ਲੈਂਗੁਏਜ ਦੀ, ਠੀਕ ਹੈ, ਕਿਹੜੀਆਂ? ਇੰਡੀਅਨ ਲੈਂਗੁਏਜ ਦੀ, ਰੋਮਨ ਲੈਂਗੁਏਜ ਦੀ, ਗ੍ਰੀਕ ਦੀ, ਪ੍ਰਸ਼ਨ ਦੀ। ਔਰ ਇਹਨਾਂ ਸਾਰੀਆਂ ਲੈਂਗੁਏਜ ਨੂੰ ਸਟੱਡੀ ਕਰਨ ਤੋਂ ਬਾਅਦ ਇਹਨਾਂ ਨੇ ਜਿਹੜੇ ਕਨਕਲੂਜਨ ਕੱਢਿਆ ਉਹ ਇਹ ਕਰਿਆ ਹੈ ਕਿ ਜਿਹੜੀਆਂ ਲੈਂਗੁਏਜ ਨੇਗੀਆਂ ਇਹ ਸਾਰੀਆਂ ਦੀ ਜਿਹੜੀ ਲਿਪੀ ਹੈਗੀ ਹੈ, ਯਾਨੀ ਕਿ ਲਿਖਣ ਦੀ ਜਿਹੜੀ ਤਰੀਕੇ ਨੇਗੇ ਉਹ ਸੇਮ ਨੇ, ਯਾਨੀ ਕਿ ਮਿਲਦੇ ਜੁਲਦੇ ਹੈਗੇ ਨੇਗੇ, ਠੀਕ ਹੈ। ਜਦੋਂ ਇਹ ਸਾਰੇ ਜਿਹੜੇ ਲੈਂਗੁਏਜ ਦੇ ਜਿਹੜੇ ਚਿੰਨ੍ਹ ਨੇ ਉਹ ਮਿਲਦੇ ਨਾ, ਇਹਨਾਂ ਤੋਂ ਇਸ ਨੂੰ ਜਿਹੜਾ ਇਸ ਚੀਜ਼ ਦਾ ਜਿਹੜਾ ਕਨਕਲੂਜਨ ਕੱਢਦਾ ਹੈ ਕਿ ਜਿਹੜੇ ਆਰੀਅਨ ਲੋਕ ਨੇਗੇ ਉਹ ਸੈਂਟਰਲ ਏਸ਼ੀਆ ਦੇ ਵਿੱਚ ਰਹਿੰਦੇ ਸੀਗੇ, ਬਟ ਹੌਲੀ ਹੌਲੀ ਕੀ ਹੈਗੇ ਕਿ ਇਹ ਸਪਰੈਡ ਹੋ ਗਏ ਨੇ ਇੰਡੀਆ ਅਤੇ ਅਦਰ ਜਿਹੜੀਆਂ ਯੂਰਪੀਅਨ ਕੰਟਰੀਆਂ ਸੀ ਉਹਨਾਂ ਦੇ ਵਿੱਚ ਇਹ ਫੈਲ ਗਏ ਨੇ ਹੌਲੀ ਹੌਲੀ। ਸੋ ਇਹ ਜਿਹੜਾ ਕਿਸ ਨੇ ਸਾਬਤ ਕੀਤਾ ਸੀਗਾ? ਮੈਕਸ ਮਲਰ ਨੇ, ਜਰਮਨ ਸਕਾਲਰ ਜਿਹੜਾ ਉਸਨੇ ਕਿਹਾ ਸੀਗਾ ਕਿ ਜਿਹੜੀ ਆਰੀਅਨ ਲੋਕ ਨੇ ਉਹ ਸੈਂਟਰਲ ਏਸ਼ੀਆ ਦੇ ਵਿੱਚ ਰਹਿੰਦੇ ਸੀ, ਉੱਥੋਂ ਉਹ ਸਾਰੇ ਪਾਰਟਸ ਦੇ ਵਿੱਚ ਇੰਡੀਆ ਅਤੇ ਚਾਹੇ ਯੂਰਪ ਉਸ ਦੇ ਵਿੱਚ ਉਹ ਫੈਲ ਗਏ ਸੀਗੇ। ਸੋ ਇਹ ਬਹੁਤ ਇੰਪੋਰਟੈਂਟ ਹੈ, ਮੈਕਸ ਮਲਰ ਬਾਰੇ ਤੁਸੀਂ ਜ਼ਰੂਰ ਦੇਖੋ। ਨੈਕਸਟ ਹੈ ਦ ਪੋਲੀਟੀਕਲ ਲਾਈਫ। ਸੋ ਜਿਹੜੇ ਵੈਦਿਕ ਲੋਕ ਸੀਗੇ ਉਹਨਾਂ ਦੀ ਜਿਹੜੀ ਪੋਲੀਟੀਕਲ ਲਾਈਫ ਆ ਉਹ ਕਿਸ ਤਰ੍ਹਾਂ ਦੀ ਸੀਗੀ? There were several small tribal states in the early Vedic period. Some of them like Anu, Yadu, Paru, Bharat, etc. are mentioned in the Rig Veda. Later on, the state like Kuru, Panchal, Vidya, Ad, and other came into extinctions. So ਪੋਲੀਟੀਕਲ ਲਾਈਫ ਬਾਰੇ ਜੇ ਗੱਲ ਕਰੀਏ ਉਹਨਾਂ ਦੀ ਕਿਸ ਤਰ੍ਹਾਂ ਦੀ ਸੀ, ਕਿਸ ਤਰੀਕੇ ਦੇ ਸੀਗਾ, ਤਾਂ ਉਹ ਛੋਟੇ ਛੋਟੇ ਜਿਹੜੇ ਟਰਾਈਬਲ ਸੀਗੇ, ਸਮੈਲ ਟਰਾਈਬਲਸ ਉਹਨਾਂ ਦੇ ਵਿੱਚ ਰਹਿੰਦੇ ਸੀਗੇ। ਵੈਦਿਕ ਪੀਰੀਅਡ ਦੇ ਵਿੱਚ ਛੋਟੇ ਛੋਟੇ ਰਾਜ ਉਹਨਾਂ ਦੇ ਬਣੇ ਹੋਏ ਸੀ। ਇਹਨਾਂ ਦੇ ਵਿੱਚੋਂ ਪ੍ਰਮੁੱਖ ਸੀਗੇ ਜਿਹੜੇ ਅਨੂ ਹੋ ਗਿਆ, ਯਦੂ ਹੋ ਗਿਆ, ਪੁਰੂ ਹੋ ਗਿਆ, ਭਰਤਾ ਹੋ ਗਿਆ, ਇਹ ਪ੍ਰਮੁੱਖ ਟਰਾਈਬਲ ਏਰੀਏ ਸੀਗੇ ਵੈਦਿਕ ਪੀਰੀਅਡ ਦੇ ਵਿੱਚ, ਅਤੇ ਇਹਨਾਂ ਦਾ ਜਿਹੜਾ ਜ਼ਿਕਰ ਆ ਉਹ ਰਿਗਵੇਦਾ ਦੇ ਵਿੱਚ ਵੀ ਮਿਲਦਾ ਹੈਗਾ। Later on state like Koru, Panchala, Vidya and other intrigues। ਸੋ ਇਸ ਤੋਂ ਬਾਅਦ ਕੀ ਹੈਗਾ ਕੁਛ ਹੋਰ ਰਾਜ ਵੀ ਜਿਹੜੇ ਹੋਂਦ ਦੇ ਵਿੱਚ ਆਏ ਹੈਗੇ ਨੇਗੇ, ਜਿਵੇਂ ਕਿ ਕੋਰੂ ਹੋ ਗਿਆ, ਪੰਚਾਲਾ ਹੋ ਗਿਆ, ਵਿਦਾ ਹੋ ਗਿਆ, ਅਤੇ ਹੋਰ ਜਿਹੜੇ ਪ੍ਰਮੁੱਖ ਸੀਗੇ ਉਹ ਵੀ ਇਸ ਦੇ ਵਿੱਚ ਜਿਹੜੇ ਜ਼ਿਕਰ ਮਿਲਦਾ ਹੈ ਜਿਹਨਾਂ ਰਿਗਵੇਦ ਦੇ ਵਿੱਚ। The king was the head of the state and was normally succeeded by his son। ਸੋ ਜਿਹੜਾ ਕਿੰਗ ਸੀਗਾ ਉਹ ਸਟੇਟ ਦਾ ਕੀ ਹੈਗਾ ਰਾਜਾ ਹੁੰਦਾ ਸੀਗਾ ਇੱਕ ਸਟੇਟ ਦਾ, ਠੀਕ ਹੈ, ਔਰ ਉਸ ਦੇ ਡੈਥ ਤੋਂ ਬਾਅਦ ਨਾਲ ਦੀ ਨਾਲ ਹੀ ਜਿਹੜਾ ਉਸਦਾ ਸਨ ਸੀਗਾ ਉਹ ਰਾਜੇ ਦੀ ਪਦਵੀ ਦੇ ਉੱਪਰ
ਬੈਠ ਜਾਂਦਾ ਸੀਗਾ, ਯਾਨੀ ਕਿ ਉਹੀ ਉਸ ਦਾ ਉੱਤਰਾਧਿਕਾਰੀ ਹੁੰਦਾ ਸੀਗਾ। ਹੀ ਵਾਜ਼ ਕਾਲਡ ਰਾਜਨ। ਸੋ ਜਿਹੜਾ ਰਾਜਾ ਹੁੰਦਾ ਸੀ ਉਹ ਸਟੇਟ ਦਾ ਹੈੱਡ ਹੁੰਦਾ ਸੀਗਾ, ਅਤੇ ਜਦੋਂ ਉਸ ਦੀ ਡੈਥ ਹੋ ਜਾਂਦੀ ਉਸ ਤੋਂ ਬਾਅਦ ਉਹਦਾ ਜਿਹੜਾ ਸਨ ਹੁੰਦਾ ਸੀਗਾ ਉਹ ਉੱਤਰਾਧਿਕਾਰੀ ਹੋ ਜਾਂਦਾ ਸੀਗਾ, ਅਤੇ ਉਸੇ ਉੱਤਰਾਧਿਕਾਰੀ ਨੂੰ ਉਸਦੇ ਸਨ ਨੂੰ ਰਾਜਨ ਦੇ ਨਾਮ ਨਾਲ ਜਿਹੜਾ ਜਾਣਿਆ ਜਾਂਦਾ ਸੀਗਾ। There are reference to the election of the king by the people, but normally we find that monarchical system of kingship was prevalent. So ਵੈਦਿਕ ਕਾਲ ਦੇ ਵਿੱਚ ਜਿਵੇਂ ਇਲੈਕਸ਼ਨ ਹੁੰਦੀਆਂ ਸੀ ਉਸ ਤਰੀਕੇ ਦਾ ਜਿਹੜਾ ਪ੍ਰੋਸੈਸ ਵੀ ਹੁੰਦਾ ਸੀਗਾ, ਯਾਨੀ ਕਿ ਵੋਟਾਂ ਵੀ ਪਾਈਆਂ ਜਾਂਦੀਆਂ ਸੀ, ਬਟ ਜਿਹੜਾ ਸਿਸਟਮ ਉੱਥੋਂ ਦਾ ਸੀ ਉਹ ਮੋਨਾਰਕੀਕਲ ਹੀ ਸੀਗਾ, ਕਿੰਗਸ਼ਿਪ ਵਾਲਾ ਹੀ ਸੀਗਾ, ਰਾਜੇ ਦੇ ਹੀ ਜਿਹੜੇ ਫੈਸਲੇ ਹੁੰਦੇ ਸੀ, ਰਾਜਤੰਤਰ ਹੀ ਜਿਹੜਾ ਉਸ ਸਮੇਂ ਦੇ ਵਿੱਚ ਲਾਗੂ ਸੀਗਾ। There were two important bodies for the help of the king, probably like modern parliament. ਸੋ ਮਾਡਰਨ ਸਮੇਂ ਦੀ ਤਰ੍ਹਾਂ ਉਸ ਵਿੱਚ ਵੀ ਕੀ ਹੈਗਾ, ਪਾਰਲੀਮੈਂਟ ਦੀ ਜਿਹੜੀ ਵਿਵਸਥਾ ਹੁੰਦੀ ਸੀਗੀ, ਠੀਕ ਹੈ, ਪਾਰਲੀਮੈਂਟ ਦਾ ਜਿਹੜਾ ਸਿਸਟਮ ਉਪਲਬਧ ਸੀਗਾ। ਜਿਵੇਂ ਕਿ ਸਾਡੇ ਕੋਲ ਅੱਜ ਲੋਕ ਸਭਾ ਜਾਂ ਰਾਜ ਸਭਾ, ਉਸੇ ਸਮੇਂ ਦੇ ਵਿੱਚ ਵੈਦਿਕ ਕਾਲ ਦੇ ਵਿੱਚ ਦੇਰ ਵਾਰ ਕਾਲਡ ਸਭਾ ਐਂਡ ਸਮਿਤੀ ਦੇ ਨਾਮ ਨਾਲ ਜਾਣਿਆ ਜਾਂਦਾ ਸੀਗਾ। ਸੋ ਇਹ ਪੁਆਇੰਟ ਵੀ ਇੰਪੋਰਟੈਂਟ ਹੈਗਾ ਕਿ ਵੈਦਿਕ ਕਾਲ ਦੇ ਵਿੱਚ ਜਿਹੜਾ ਸਰਕਾਰ ਦੇ ਅੰਗ ਹੁੰਦੇ ਸੀ, ਪਾਰਲੀਮੈਂਟ ਜਿਹੜੇ ਅੰਗ ਹੁੰਦੇ ਸੀ ਉਹਨੂੰ ਸਭਾ ਐਂਡ ਸਮਿਤੀ ਜਿਹੜਾ ਕਿਹਾ ਜਾਂਦਾ ਸੀਗਾ। ਦੇਰ ਵਾਰ ਸੈਵਰਲ ਆਫਿਸਰ ਫਰੋਮ ਦਾ ਅਸਿਸਟੈਂਸ ਆਫ ਦਾ ਕਿੰਗ ਲਾਈਕ ਪ੍ਰੋਹਿਤਾ। ਸੋ ਸਰਕਾਰ ਨੂੰ ਚਲਾਉਣ ਦੇ ਲਈ ਜਾਂ ਕਿੰਗ ਦੀ ਹੈਲਪ ਦੇ ਲਈ ਬਹੁਤ ਸਾਰੇ ਜਿਹੜੇ ਅਧਿਕਾਰੀ ਆ ਉਹ ਚੁਣੇ ਜਾਂਦੇ ਸੀਗੇ। ਉਹਨਾਂ ਦੇ ਵਿੱਚੋਂ ਪ੍ਰਮੁੱਖ ਨੇਗੇ ਜਿਸ ਨੂੰ ਪ੍ਰੋਹਿਤਾ ਕਿਹਾ ਜਾਂਦਾ ਹੈਗਾ, ਚੀਫ ਕਾਉਂਸਲਰ ਐਂਡ ਆਲਸੋ ਇੰਚਾਰਜ ਆਫ ਰਿਲੀਜੀਅਸ ਅਫੇਅਰ। ਜਿਹੜੇ ਮੁੱਖ ਸਲਾਹਕਾਰ ਸੀਗਾ ਅਤੇ ਧਾਰਮਿਕ ਕੰਮ ਕਰਨ ਵਾਲਾ ਵੀ ਇਹ ਵਿਅਕਤੀ ਸੀਗਾ, ਪ੍ਰੋਹਿਤ। ਨੈਕਸਟ ਆ ਜਾਂਦਾ ਹੈਗਾ ਸੈਨਾਨੀ ਸੀਗਾ ਉਸ ਸਮੇਂ ਦੇ ਵਿੱਚ ਕਿੰਗ ਦੀ ਹੈਲਪ ਦੇ ਲਈ, ਕਮਾਂਡਰ ਇਨ ਚੀਫ ਆਫ ਦਾ ਆਰਮੀ। ਸੋ ਇਹ ਸੈਨਾ ਦਾ ਮੁਖੀ ਹੁੰਦਾ ਸੀਗਾ, ਸੈਨਾਨੀ। ਸੋ ਇਹ ਵੀ ਇੰਪੋਰਟੈਂਟ ਨੇ ਤਿੰਨੋਂ। ਨੈਕਸਟ ਹੁੰਦਾ ਹੈ ਗ੍ਰਾਮਨੀ, ਹੈੱਡ ਆਫ ਦਾ ਵੈਲੇਜ। ਸੋ ਇਹ ਜਿਹੜਾ ਹੈੱਡ ਦੇ ਸੀਗਾ, ਪਿੰਡਾਂ ਦਾ ਹੈੱਡ ਸੀਗਾ, ਯਾਨੀ ਕਿ ਵੈਲੇਜ ਦਾ ਜਿਹੜੇ ਪ੍ਰਬੰਧ ਚਲਾਉਣ ਦੇ ਵਿੱਚ ਇਹਦਾ ਮੁੱਖ ਯੋਗਦਾਨ ਹੁੰਦਾ ਸੀਗਾ। ਸੋ ਇਹ ਵੀ ਇੰਪੋਰਟੈਂਟ ਨੇਗੇ। ਵੈਦਿਕ ਕਾਲ ਦੇ ਵਿੱਚ ਪ੍ਰੋਹਿਤਾ ਕਿਸ ਨੂੰ ਕਿਹਾ ਜਾਂਦਾ ਸੀਗਾ, ਸੈਨਾਨੀ ਕਿਸ ਨੂੰ ਕਿਹਾ ਜਾਂਦਾ ਸੀ, ਗ੍ਰਾਮਨੀ ਕਿਸ ਨੂੰ ਕਿਹਾ ਜਾਂਦਾ ਸੀ, ਕੀ ਕੰਮ ਹੁੰਦੇ ਸੀਗੇ, ਸਭਾ ਐਂਡ ਸਮਿਤੀ ਕੀ ਹੁੰਦੀ ਸੀਗੀ, ਇਸ ਬਾਰੇ ਵੀ ਇਸ ਨੂੰ ਯਾਦ ਰੱਖਣਾ ਹੈ, ਕਿਉਂਕਿ ਇਸ ਤਰ੍ਹਾਂ ਦੇ ਕੁਐਸਚਨ ਬਹੁਤ ਸਾਰੇ ਜਿਹੜੇ ਪੁੱਛੇ ਜਾਂਦੇ ਹੈਗੇ ਨੇ। ਸਮਾਰਟ ਕੀ ਹੁੰਦਾ ਹੈਗਾ, ਸਮਾਰਟ ਕੀ ਸੀਗਾ, ਦਾ ਮੋਰ ਪਾਵਰਫੁਲ ਕਿੰਗਸ ਵਰ ਕਾਲਡ। ਸੋ ਜਿਹੜਾ ਸਭ ਤੋਂ ਜ਼ਿਆਦਾ ਜਾਂ ਵਧੇਰੇ ਸ਼ਕਤੀਸ਼ਾਲੀ ਰਾਜਾ ਹੁੰਦਾ ਸੀਗਾ ਉਸ ਨੂੰ ਸਮਾਰਟ ਦੇ ਨਾਮ ਨਾਲ ਜਾਣਿਆ ਸੀ, ਸਮਾਰਟ ਕਿਹਾ ਜਾਂਦਾ ਸੀਗਾ ਉਸ ਨੂੰ। ਨੈਕਸਟ ਆਉਂਦਾ ਸੋਸ਼ਲ ਲਾਈਫ। ਦ ਸੋਸਾਇਟੀ ਵਾਜ਼ ਡਿਵਾਈਡਡ ਇਨ 4 ਡਿਵੀਜ਼ਨ ਕਾਲਡ ਦਾ ਵਰਨਰਸ। ਸੋ ਜਿਹੜੀ ਵੈਦਿਕ ਕਾਲ ਦੇ ਵਿੱਚ ਜਿਹੜੀ ਸੁਸਾਇਟੀ ਸੀਗੀ ਉਹ 4 ਪਾਰਟਸ ਦੇ ਵਿੱਚ ਡਿਵਾਈਡ ਸੀਗੀ, ਜਿਨ੍ਹਾਂ ਨੂੰ ਵਰਨਸ ਦੇ ਨਾਮ ਨਾਲ ਜਾਣਿਆ ਸੀ, ਵਰਨ ਦੇ ਨਾਮ ਨਾਲ ਜਾਣਿਆ ਜਾਂਦਾ ਸੀਗਾ। ਸੋ ਇਹ ਪੁਆਇੰਟ ਜ਼ਰੂਰ ਯਾਦ ਰੱਖਿਓ ਕਿ ਵੈਦਿਕ ਕਾਲ ਦੇ ਵਿੱਚ ਜਿਹੜੀ ਸੁਸਾਇਟੀ ਸੀ ਉਸ ਨੂੰ ਕਿਸ ਨਾਮ ਨਾਲ ਜਾਣਿਆ, ਉਹ ਸੀ ਵਰਨਸ। ਸੋ ਵਰਨਸ ਦੇ ਵਿੱਚ ਜਿਹੜਾ ਬੇਸਿਸ ਦੇ ਅਕੋਰਡਿੰਗ ਕਿ ਪ੍ਰੋਫੈਸ਼ਨ ਦੇ ਬੇਸਿਸ ਦੇ ਅਕੋਰਡਿੰਗ ਤੇ ਇਹਨਾਂ ਨੂੰ ਵੰਡਿਆ ਹੋਇਆ ਸੀਗਾ। ਔਨ ਦਾ ਬੇਸਿਸ ਆਫ ਪ੍ਰੋਫੈਸ਼ਨ ਬ੍ਰਾਹਮਣਸ, ਕਸ਼ਤਰੀਸ, ਵੈਸ਼ ਐਂਡ ਸ਼ੂਦਰ। ਸੋ 4 ਕਾਸਟਾਂ ਦੇ ਵਿੱਚ ਇਹ ਡਿਵਾਈਡ ਕੀਤਾ ਹੋਇਆ ਸੀਗਾ ਵੈਦਿਕ ਕਾਲ ਦੇ ਵਿੱਚ, ਔਰ ਇਹ ਪ੍ਰੋਫੈਸ਼ਨਲ ਦੇ ਅਕੋਰਡਿੰਗ ਸੀ। ਅੱਜ ਦੀ ਤਰ੍ਹਾਂ ਜਿਵੇਂ ਅਸੀਂ ਕਾਸਟ ਦੇ ਸਿਸਟਮ ਦੇਖਦੇ ਹਾਂ ਉਹ ਸਿਸਟਮ ਨਹੀਂ ਸੀਗਾ, ਇਹ ਪ੍ਰੋਫੈਸ਼ਨ ਦੇ ਅਕੋਰਡਿੰਗ ਸੀਗਾ। ਪ੍ਰੋਫੈਸ਼ਨ ਕਿਹੜਾ ਸੀਗਾ ਕਿ ਜਿਹੜੇ ਬ੍ਰਾਹਮਣ ਲੋਕ ਸੀਗੇ ਉਹ ਸਟੱਡੀ ਫਾਰਮਰ ਟੂ ਸਟੱਡੀ ਟੀਚਿੰਗ ਐਂਡ ਰਿਲੀਜੀਅਸ ਅਫੇਅਰ। ਸੋ ਜਿਹੜੇ ਬ੍ਰਾਹਮਣ ਲੋਕ ਸੀਗੇ ਉਹ ਪੜ੍ਹਾਈ ਨਾਲ ਸੰਬੰਧਿਤ ਕਰਦੇ ਸੀ, ਅਧਿਆਪਨ ਕਰਾਉਂਦੇ ਸੀਗੇ, ਐਂਡ ਰਿਲੀਜੀਅਸ ਜਿਹੜੇ ਕੰਮ ਸੀਗੇ ਉਹਨਾਂ ਦੀ ਦੇਖ ਰੇਖ ਦੇ ਵਿੱਚ ਉਹ ਆਪਣਾ ਯੋਗਦਾਨ ਪਾਉਂਦੇ ਸੀਗੇ। ਕਸ਼ਤਰੀ ਜਿਹੜੇ ਲੋਕ ਸੀਗੇ ਵਰ ਵੋਰੀਅਰ ਕਲਾਸਿਸ। ਸੋ ਜਿਹੜੇ ਯੋਧਿਆਂ ਨਾਲ ਸੰਬੰਧਿਤ ਸੀਗੇ ਜਾਂ ਲੜਾਈ ਨਾਲ ਸੰਬੰਧਿਤ ਰੱਖਦੇ ਸੀਗੇ ਤਾਂ ਉਹਨਾਂ ਨੂੰ ਕਸ਼ਤਰੀ ਕਿਹਾ ਜਾਂਦਾ ਸੀ। ਦ ਐਗਰੀਕਲਚਰਸ ਐਂਡ ਟ੍ਰੇਡਰਸ ਵਰ ਕਾਲਡ ਦਾ ਵੈਸ਼। ਸੋ ਜਿਹੜੇ ਲੋਕ ਐਗਰੀਕਲਚਰ ਦੇ ਨਾਲ ਜੁੜੇ ਹੋਏ ਸੀ, ਟ੍ਰੇਡਰ ਦੇ ਨਾਲ ਜੁੜੇ ਸੀ, ਵਪਾਰ ਦੇ ਨਾਲ ਜੁੜੇ ਹੋਏ ਸੀ, ਉਹਨਾਂ ਨੂੰ ਵੈਸ਼ ਦੇ ਨਾਮ ਨਾਲ ਜਾਣਿਆ ਸੀ। ਵੈਸ਼ ਜਿਹੜੀ ਕਾਸਟ ਹੁੰਦੀ ਸੀਗੀ। ਐਂਡ ਦਾ ਸ਼ੂਦਰ ਫਾਰਮਰ ਦਾ ਸਿਲਵਰ ਕਲਾਸ। ਸੋ ਜਿਹੜੀ ਸ਼ੂਦਰ ਕਲਾਸ ਸੀਗੀ ਉਹ ਸਭ ਤੋਂ ਨੀਚੇ ਵਾਲੀ ਕਾਸਟ ਦੇ ਵਿੱਚ ਕਹਿ ਸਕਦੇ ਹੈਗੇ ਆ, ਔਰ ਇਹ ਦਾਸ ਵਰਗ ਦੇ ਨਾਲ ਸੰਬੰਧਿਤ ਰੱਖਦੀ ਸੀਗੀ। The caste system was not rigid in the early Vedic age, but the later on it became hereditary and rigid. People lived mostly in villages through there are reference to fertile fortified cities. This indicate that big cities also exist in Vedic age.
ਸੋ ਜਿਹੜੀ ਸਟਾਰਟਿੰਗ ਦੇ ਵਿੱਚ ਜਿਹੜਾ ਕਾਸਟ ਸਿਸਟਮ ਸੀਗਾ ਉਹ ਇੰਨਾ ਕਠੋਰ ਨਹੀਂ ਸੀਗਾ, ਬਟ ਹੌਲੀ ਹੌਲੀ ਕੀ ਹੈ ਇਹ ਹੈਰੀਡਿਟੀ ਵਾਲਾ ਹੋ ਗਿਆ ਅਤੇ ਰਿਜਿਡ ਹੋ ਗਿਆ, ਯਾਨੀ ਕਿ ਇੱਕ ਵਿਅਕਤੀ ਤੋਂ ਅੱਗੇ ਦੀ ਗਾਹਾਂ ਉਸੇ ਕਾਸਟ ਦੇ ਵਿੱਚ ਹੀ ਰਹਿਣ ਲੱਗ ਗਿਆ ਅਤੇ ਉਹਦੀ ਇੱਕ ਕਠੋਰਤਾ ਜਿਹੜੀ ਉਸ ਦੇ ਵਿੱਚ ਬਣ ਗਈ ਸੀਗੀ। ਔਰ ਜਿਹੜੇ ਲੋਕ ਸੀਗੇ ਉਹ ਆਮ ਤੌਰ 'ਤੇ ਪਿੰਡਾਂ ਦੇ ਵਿੱਚ ਹੀ ਰਹਿੰਦੇ ਸੀਗੇ। ਬੇਸ਼ੱਕ ਸਾਨੂੰ ਬਹੁਤ ਸਾਰੇ ਜਿਹੜੇ ਕਿਲ੍ਹਿਆਂ ਦਾ ਜਿਹੜਾ ਉਸ ਸਮੇਂ ਵਿੱਚ ਜ਼ਿਕਰ ਮਿਲਦਾ ਹੈਗਾ ਗਾ, ਫੋਰਟੀਫਾਈਡ ਦਾ ਜਿਹੜਾ ਉੱਥੇ ਸਾਨੂੰ ਜ਼ਿਕਰ ਮਿਲਦਾ ਹੈ ਕਿ ਜਿਹੜੀ ਕਿਲ੍ਹੇਬੰਦੀ ਵੀ ਹੁੰਦੀ ਸੀਗੀ, ਬਟ ਇਸ ਤੋਂ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਜਿਹੜਾ ਵੈਦਿਕ ਕਾਲ ਹੈਗਾ ਗਾ ਉਹ ਬਹੁਤ ਹੀ ਵਿਸ਼ਾਲ ਨਗਰ ਦੇ ਰੂਪ ਦੇ ਵਿੱਚ ਮੌਜੂਦ ਸੀਗਾ। ਨੈਕਸਟ ਹੈ ਫੈਮਿਲੀ ਵਾਜ਼ ਲੋਐਸਟ ਯੂਨਿਟ ਇਨ ਦਾ ਸੋਸਾਇਟੀ। Father, mother, children, sister and brother generally lived together. The eldest male member was head of the family. When women enjoyed lot of respect and freedom in society, in the Vedic age, they were educated and had right to marry by their own choice. The participate in all social religious ceremonies. We find many reference to work women also who had adopted various professions. Abla, Gosha and Vishwara were some of the famous women in the Vedic age. ਸੋ ਫੈਮਿਲੀ ਜਿਹੜੀ ਉਹ ਪਰਿਵਾਰ ਦੀ ਸਭ ਤੋਂ ਜਿਹੜੀ ਛੋਟੀ ਇਕਾਈ ਉਸ ਸਮੇਂ ਦੇ ਵਿੱਚ ਮੰਨੀ ਜਾਂਦੀ ਸੀ। ਵੈਦਿਕ ਕਾਲ ਦੇ ਵਿੱਚ ਫੈਮਿਲੀ ਦੇ ਵਿੱਚ ਪਿਤਾ, ਮਾਤਾ ਪਿਤਾ, ਬੱਚੇ, ਸਿਸਟਰ ਐਂਡ ਬ੍ਰਦਰ ਯਾਨੀ ਕਿ ਭਰਾ ਅਤੇ ਭੈਣ ਹੁੰਦੇ ਸੀਗੇ, ਇਹ ਇਕੱਠੇ ਹੀ ਰਹਿੰਦੇ ਹੁੰਦੇ ਸੀਗੇ। ਔਰ ਜਿਹੜਾ ਸਭ ਤੋਂ ਬਜ਼ੁਰਗ ਬੰਦਾ ਸੀ ਜਾਂ ਸਭ ਤੋਂ ਵੱਡੀ ਉਮਰ ਦਾ ਜਿਹੜਾ ਬੰਦਾ ਹੁੰਦਾ ਸੀਗਾ ਉਸ ਨੂੰ ਕੀ ਹੈਗਾ ਗਾ ਪਰਿਵਾਰ ਦਾ ਜਿਹੜਾ ਹੈੱਡ ਚੁਣਿਆ ਜਾਂਦਾ ਸੀ, ਫੈਮਿਲੀ ਦਾ ਜਿਹੜਾ ਹੈੱਡ ਹੁੰਦਾ ਸੀ। ਵੂਮੈਨਸ ਜਿਹੜੀਆਂ ਉਹ ਪੂਰੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਇੰਜੋਏ ਕਰਦੀਆਂ ਸੀ, ਰਿਸਪੈਕਟ ਉਹਨਾਂ ਦੀ ਪੂਰੀ ਹੁੰਦੀ ਸੀ, ਉਹਨਾਂ ਨੂੰ ਫਰੀਡਮ ਸੀਗੀ। ਵੈਦਿਕ ਸੁਸਾਇਟੀ ਦੇ ਵਿੱਚ, ਵੈਦਿਕ ਏਜ ਦੇ ਵਿੱਚ ਉਹਨਾਂ ਨੂੰ ਪੂਰੀ ਫਰੀਡਮ ਸੀ ਅਤੇ ਪੂਰੀ ਰਿਸਪੈਕਟ ਜਿਹੜਾ ਆਦਰ ਸਨਮਾਨ ਉਸ ਸਮੇਂ ਦੇ ਵਿੱਚ ਦਿੱਤਾ ਜਾਂਦਾ ਸੀਗਾ। ਉਸ ਸਮੇਂ ਜਿਹੜੀਆਂ ਵੂਮੈਨ ਸੀ ਉਹ ਐਜੂਕੇਟਡ ਵੀ ਸੀਗੀਆਂ ਔਰ ਉਹ ਆਪਣੀ ਮਰਜ਼ੀ ਦੇ ਨਾਲ ਜਿਹੜੀ ਉਹ ਮੈਰਿਜ ਉਹ ਕਰਵਾ ਸਕਦੀਆਂ ਸੀ। ਇਹ ਪੁਆਇੰਟ ਬਹੁਤ ਇੰਪੋਰਟੈਂਟ ਹੈ ਕਿ ਕਿਹੜੀ ਕਾਲ ਦੇ ਵਿੱਚ ਵੂਮੈਨਸ ਜਿਹੜੀਆਂ ਪੂਰਨ ਤੌਰ 'ਤੇ ਸੁਤੰਤਰ ਸੀਗੀਆਂ ਅਤੇ ਰਿਸਪੈਕਟ ਜਿਹੜੀ ਉਹਨੂੰ ਦਿੱਤੀ ਜਾਂਦੀ ਸੀ ਤਾਂ ਉਹ ਵੈਦਿਕ ਏਜ ਦੇ ਵਿੱਚ ਦਿੱਤੀ ਜਾਂਦੀ ਸੀਗੀ। ਔਰ ਇਹ ਜਿਹੜੀਆਂ ਸੀਗੀਆਂ ਸਾਰੇ ਦੇ ਸਾਰੇ ਸੋਸ਼ਲ ਔਰ ਰਿਲੀਜੀਅਸ ਜਿਹੜੀਆਂ ਸੈਰਮਨੀਜ਼ ਉਹਨਾਂ ਦੇ ਵਿੱਚ ਪਾਰਟੀਸਪੇਟ ਕਰ ਸਕਦੀਆਂ ਸੀ, ਕੋਈ ਰੋਕ ਟੋਕ ਨਹੀਂ ਸੀ ਉਹਨਾਂ ਦੇ ਵਿੱਚ। ਅਤੇ ਕੁਛ ਜਿਹੜੀਆਂ ਫੇਮਸ ਔਰਤਾਂ ਸੀ ਜਿਨ੍ਹਾਂ ਨੇ ਕਿ ਵੈਦਿਕ ਕਾਲ ਦੇ ਵਿੱਚ ਆਪਣਾ ਨਾਮ ਦਰਜ ਕਰਾ ਲਿੱਤਾ ਸੀਗਾ ਕਿੱਤਿਆਂ ਦੇ ਅਕੋਰਡਿੰਗ, ਪ੍ਰੋਫੈਸ਼ਨ ਦੇ ਅਕੋਰਡਿੰਗ। ਇਹਨਾਂ ਦੇ ਵਿੱਚ ਅਪਲਾ ਆ ਜਾਂਦੀ ਹੈ, ਕੋਸ਼ਾ ਆ ਜਾਂਦੀ ਹੈ, ਵਿਸ਼ਵਵਾਰਾ ਜਿਹੜੀਆਂ ਨੇ ਇਹ ਪ੍ਰਸਿੱਧ ਇਸਤਰੀਆਂ ਸੀਗੀਆਂ ਵੈਦਿਕ ਕਾਲ ਦੇ ਵਿੱਚ। ਸੋ ਇਹਨਾਂ ਨੂੰ ਵੀ ਨੋਟ ਕਰ ਲੈਣਾ ਕਿ ਵੈਦਿਕ ਕਾਲ ਦੀਆਂ ਪ੍ਰਸਿੱਧ ਇਸਤਰੀਆਂ ਜਿਨ੍ਹਾਂ ਨੂੰ ਪ੍ਰੋਫੈਸ਼ਨ ਦੇ ਨਾਮ ਦੇ ਚੜ੍ਹਿਆ ਜਾਂਦਾ ਸੀ ਤਾਂ ਅਪਲਾ, ਗੋਸ਼ਾ ਔਰ ਵਿਸ਼ਵਵਾਰਾ ਜਿਹੜੀਆਂ ਪ੍ਰਮੁੱਖ ਇਸਤਰੀਆਂ ਸੀਗੀਆਂ। Next and the main food items of the Vedic peoples were wheat, rice, pulses, milk, butter, ghee were used in abundant beside fruits and vegetables. So ਵੈਦਿਕ ਲੋਕਾਂ ਦਾ ਜਿਹੜਾ ਮੁੱਖ ਭੋਜਨ ਸੀ ਉਹ ਕਣਕ, ਚਾਵਲ ਅਤੇ ਦਾਲ ਹੀ ਸਨ। ਅਤੇ ਉਹ ਫਲਾਂ ਅਤੇ ਸਬਜ਼ੀਆਂ ਤੋਂ ਇਲਾਵਾ ਜਿਵੇਂ ਦੁੱਧ ਹੋ ਗਿਆ, ਮੱਖਣ ਹੋ ਗਿਆ, ਘਿਓ ਹੋ ਗਿਆ ਦੀ ਵਰਤੋਂ ਬਹੁਤ ਜ਼ਿਆਦਾ ਕਰਦੇ ਸੀ, ਕਾਫੀ ਹੱਦ ਤੱਕ ਕਰਦੇ ਸੀਗੇ। ਅਤੇ ਬਹੁਤ ਸਾਰੇ ਲੋਕ ਜਿਹੜੇ ਉਹ ਮਾਸ ਵੀ ਖਾਂਦੇ ਸੀਗੇ। ਨੋਨ ਵੈਜੀਟੇਬਲ ਫੂਡ ਵਰ ਆਲਸੋ ਕੰਜ਼ਿਊਮਡ ਸੀਗਾ ਇਸ ਸਮੇਂ ਦੇ ਵਿੱਚ। On some special occasions, a drink called soma was consumed. ਸੋ ਕੁਛ ਲੋਕ ਜਿਹੜੇ ਖਾਸ ਉਤਸਵਾਂ 'ਤੇ, ਖਾਸ ਜਿਵੇਂ ਮੇਲੇ ਹੋ ਗਏ, ਕੋਈ ਤਿਉਹਾਰ ਹੋ ਗਿਆ, ਉਹਦੇ ਉੱਪਰ ਜਿਹੜੇ ਸੀਗੇ ਉਹ ਸੋਮਾ ਪੀਂਦੇ ਸੀਗੇ, ਜਿਸ ਨੂੰ ਪੰਜਾਬੀ ਦੇ ਵਿੱਚ ਸੋਮ ਰਸ ਕਹਿ ਦਿੰਦੇ ਹੈਗੇ ਨੇਗੇ, ਉਹ ਪੀਂਦੇ ਸੀਗੇ। Some people consume alcohol liquor called sura but it was considered bad and was condemned। ਸੋ ਜਿਹੜਾ ਕੀ ਸੀਗਾ ਸੋਮਾ ਸੀਗਾ ਜਿਹੜਾ ਉਹ ਖਾਸ ਮੌਕਿਆਂ ਦੇ ਉੱਪਰ ਹੀ ਪੀਤਾ ਜਾਂਦਾ ਸੀਗਾ। ਬਟ ਕੁਛ ਲੋਕ ਸੀਗੇ ਜਿਹੜੇ ਅਲਕੋਹਲ ਦਾ ਵੀ ਇਸਤੇਮਾਲ ਕਰਦੇ ਸੀ, ਜਿਸ ਨੂੰ ਕਿ ਵੈਦਿਕ ਕਾਲ ਦੇ ਵਿੱਚ ਸੁਰਾ ਨਾਮ ਦੇ ਨਾਮ ਨਾਲ ਜਾਣਿਆ ਜਾਂਦਾ ਸੀਗਾ। ਲੋਕ ਸ਼ਰਾਬ ਪੀਂਦੇ ਸੀਗੇ, ਬਟ ਉਸ ਸਮੇਂ ਦੇ ਵਿੱਚ ਸਮਾਜ ਦੇ ਵਿੱਚ ਜਿਹੜਾ ਸ਼ਰਾਬ ਪੀਂਦਾ ਸੀ ਉਸ ਨੂੰ ਬੁਰਾ ਸਮਝਿਆ ਜਾਂਦਾ ਸੀਗਾ, ਚੰਗਾ ਨਹੀਂ ਸਮਝ ਜਾਂਦੇ ਸੀ ਕਿ ਜਿਹੜਾ ਵਿਅਕਤੀ ਸ਼ਰਾਬ ਦਾ ਇਸਤੇਮਾਲ ਕਰਦਾ ਸੀ। ਵੈਦਿਕ ਪੀਪਲ ਵਰ ਫੌਂਡ ਆਫ ਆਊਟਡੋਰ ਗੇਮਸ ਲਾਈਕ chariot race, horse riding, hunting, etc. Singing, dancing, playing chess were other favorite pastimes। ਸੋ ਵੈਦਿਕ ਕਾਲ ਦੇ ਵਿੱਚ ਜਿਹੜੇ ਲੋਕ ਸੀਗੇ ਉਹ ਖੇਡਾਂ ਦੇ ਸ਼ੌਕੀਨ ਸੀਗੇ ਪੂਰਨ ਤੌਰ 'ਤੇ। ਉਹਨਾਂ ਦੇ ਵਿੱਚ ਜਿਵੇਂ ਰੱਥ ਯਾਤਰਾ ਹੋ ਗਈ, ਘੋੜ ਸਵਾਰੀ ਹੋ ਗਈ, ਸ਼ਿਕਾਰ ਕਰਨਾ ਹੋ ਗਿਆ, ਨੱਚਣਾ ਹੋ ਗਿਆ, ਗਾਉਣਾ ਹੋ ਗਿਆ ਔਰ ਚੈਸ ਜਿਹੜੀ ਚੌਪਾੜ ਜਿਹੜੀ ਖੇਡਣ ਦੇ ਵਿੱਚ ਉਹ ਆਪਣਾ ਯੋਗਦਾਨ ਪਾਉਂਦੇ ਸੀ ਔਰ ਉਸ ਨੂੰ ਇੰਪੋਰਟੈਂਟ ਸਮਝਦੇ ਸੀ ਆਪਣੇ ਜੀਵਨ ਦੇ ਵਿੱਚ। ਇਹ ਸਾਰੀਆਂ ਜਿਹੜੀਆਂ ਗੇਮਾਂ ਉਹ ਕਰਦੇ ਸੀ ਖੇਡਦੇ ਜਾਂ ਮਨੋਰੰਜਨ ਦੇ ਲਈ। ਨੈਕਸਟ ਹੈ ਦਾ ਇਕਨੋਮਿਕ ਲਾਈਫ। The Vedic people were good warriors and warfare was
one of their main occupation, but in economic life, agriculture, cattle breeding, arts and craft, trade were main profession. ਸੋ ਵੈਦਿਕ ਲੋਕ ਸੀਗੇ ਜਿਹੜੇ ਉਹ ਵਾਰੀਅਰ ਸੀਗੇ, ਇੱਕ ਯੋਧਿਆਂ ਦੇ ਰੂਪ ਦੇ ਵਿੱਚ ਸੀਗੇ, ਯੋਧੇ ਸੀਗੇ, ਔਰ ਯੁੱਧਾਂ ਦੇ ਵਿੱਚ ਭਾਗ ਲੈਣਾ ਜਿਹੜਾ ਉਹਨਾਂ ਦਾ ਮੇਨ ਓਕੂਪੇਸ਼ਨ ਸੀਗਾ। ਹਰ ਵਾਰ ਉਹ ਯੁੱਧ ਦੇ ਵਿੱਚ ਪਾਰਟੀਸਪੇਟ ਜਿਹੜਾ ਕਰਦੇ ਸੀਗੇ। ਇਸ ਤੋਂ ਇਲਾਵਾ ਉਹਨਾਂ ਨੇ ਕੀ ਹੈਗਾ ਕਿ ਆਪਣੇ ਜੀਵਨ ਨੂੰ ਜਿਹੜੀ ਆਰਥਿਕ ਜੀਵਨ ਸੀ ਉਹਦੇ ਵਿੱਚ ਸੁਧਾਰ ਕਰਨ ਦੇ ਲਈ ਐਗਰੀਕਲਚਰ ਕੀਤੀ ਹੈ, ਪਸ਼ੂ ਪਾਲਣ ਜਿਹੜਾ ਕੀਤਾ ਹੈ, ਉਦਯੋਗਿਕ ਧੰਦੇ ਉਹਨਾਂ ਨੇ ਚਲਾਏ ਸੀਗੇ, ਆਰਟਸ ਜਿਹੜਾ ਉਹਨਾਂ ਨੇ ਕੀਤਾ, ਠੀਕ ਹੈ, ਔਰ ਕਰਾਫਟ ਦਾ ਹੋ ਗਿਆ, ਟ੍ਰੇਡ ਹੋ ਗਿਆ, ਇਹ ਵੀ ਉਹਨਾਂ ਨੇ ਮੇਨ ਪ੍ਰੋਫੈਸ਼ਨ ਬਣਾਏ ਤਾਂ ਜੋ ਆਪਣੀ ਜਿਹੜੀ ਇਕਨੋਮਿਕਲ ਕੰਡੀਸ਼ਨ ਆ ਉਸ ਨੂੰ ਚੰਗੇ ਤਰੀਕੇ ਨਾਲ ਸੁਧਾਰ ਸਕਣ। Next and the field were ploughing or to grow various kinds of grains, pulses, vegetables, domestic animals, cow, horse, sheep, goat, ass and other beasts। ਸੋ ਖੇਤਾਂ ਦੇ ਵਿੱਚ ਜਿਵੇਂ ਦਾਲ ਅਤੇ ਸਬਜ਼ੀਆਂ ਜਿਹੜੀਆਂ ਉਗਾਈਆਂ ਜਾਂਦੀਆਂ ਸੀਗੀਆਂ, ਪਾਲਤੂ ਜਾਨਵਰ ਸੀਗੇ ਉਹਨਾਂ ਨੂੰ ਪਾਲਿਆ ਜਾਂਦਾ ਸੀ, ਜਿਵੇਂ ਕਾਂ ਹੋ ਗਿਆ, ਘੋੜਾ ਹੋ ਗਿਆ, ਭੇਡ, ਬੱਕਰੀ, ਖੋਤਾ, ਇਹ ਸਾਰੇ ਦੇ ਸਾਰੇ ਜਿਹੜੇ ਜਾਨਵਰ ਉਸ ਸਮੇਂ ਦੇ ਵਿੱਚ ਪਾਲੇ ਜਾਂਦੇ ਸੀਗੇ। ਬਟ ਕਾਓ ਵਾਜ਼ ਦਾ ਮੋਸਟ ਇੰਪੋਰਟੈਂਟ ਐਨੀਮਲ। ਸੋ ਵੈਦਿਕ ਕਾਲ ਦੇ ਵਿੱਚ ਜਿਹੜੀ ਗਾਂ ਸੀ ਉਹ ਸਭ ਤੋਂ ਇੰਪੋਰਟੈਂਟ ਪਸ਼ੂ ਸੀਗਾ, ਠੀਕ ਹੈ। ਮੈਨੀ ਏ ਟਾਈਮ ਦਾ ਪ੍ਰਾਈਜ਼ਸ ਆਫ ਵੇਰੀਅਸ ਥਿੰਗਸ ਵਰ ਫਿਕਸਡ ਇਨ ਆਈਟਮ ਆਫ ਕਾਓ, probably because coins were not used as it for all business transactions, barter system was prevalent। ਸੋ ਉਸ ਸਮੇਂ ਦੇ ਵਿੱਚ ਜਿਹੜੀ ਗਾਂ ਸੀਗੀ ਇੰਪੋਰਟੈਂਟ ਐਨੀਮਲ ਸੀਗਾ, ਪਸ਼ੂ ਸੀਗਾ, ਪਰ ਕਈ ਵਾਰ ਕੀ ਸੀਗਾ ਵਸਤੂਆਂ ਦੀਆਂ ਜਿਹੜੀਆਂ ਕੀਮਤਾਂ ਸੀ ਉਹ ਗਊ ਦੀ ਸੰਖਿਆ ਦੇ ਦੁਆਰਾ ਜਿਹੜੀਆਂ ਨਿਰਧਾਰਿਤ ਕੀਤੀਆਂ ਜਾਂਦੀਆਂ ਸੀਗੀਆਂ, ਕਿਉਂਕਿ ਉਸ ਸਮੇਂ ਦੇ ਵਿੱਚ ਜਿਹੜੇ ਕੋਇਨਸ ਜਾਂ ਮਨੀ ਸੀਗੀ ਉਸ ਸਮੇਂ ਉਪਲਬਧ ਨਹੀਂ ਸੀਗੀ, ਬਟ ਗਾਂ ਦੇ ਨਾਲ ਉਸ ਨੂੰ ਜੋੜ ਕੇ ਉਹਦਾ ਮੁੱਲ ਨਿਰਧਾਰਿਤ ਕੀਤਾ ਜਾਂਦਾ ਸੀ ਕਿ ਇਸ ਗਾਂ ਦੇ ਬਦਲੇ ਆਹ ਚੀਜ਼ ਹੋਊਗੀ ਜਾਂ ਇੰਨੀ ਅਸੀਂ ਜਿਹੜੀਆਂ ਗਾਵਾਂ ਦੇਵਾਂਗੇ ਤਾਂ ਤੁਹਾਨੂੰ ਇਸ ਦੇ ਬਦਲੇ ਆਹ ਚੀਜ਼ ਦੇ ਦੇਵਾਂਗੇ, ਠੀਕ ਹੈ। ਔਰ ਵਾਟਰ ਸਿਸਟਮ ਜਿਹੜਾ ਉੱਥੇ ਉਸ ਸਮੇਂ ਦੇ ਵਿੱਚ ਚੱਲਦਾ ਸੀਗਾ, ਵਾਟਰ ਸਿਸਟਮ ਮਤਲਬ ਵਟਾਂਦਰਾ ਪ੍ਰਣਾਲੀ। ਸੋ ਇਹ ਵੀ ਇੰਪੋਰਟੈਂਟ ਹੈ। ਵਾਟਰ ਸਿਸਟਮ ਕੀ ਹੁੰਦਾ ਸੀਗਾ? ਵਾਟਰ ਸਿਸਟਮ ਵੈਦਿਕ ਕਾਲ ਦੇ ਵਿੱਚ ਬਣਾਇਆ ਹੋਇਆ ਸੀਗਾ, ਠੀਕ ਹੈ, ਉਸ ਸਮੇਂ 'ਚ ਪ੍ਰਫੁੱਲਤ ਸੀਗਾ। ਔਰ ਇਹਦੇ ਵਿੱਚ ਕੀ ਸੀਗਾ ਕਿ ਕੋਈ ਵਿਅਕਤੀ ਜਿਹੜਾ ਇੱਕ ਚੀਜ਼ ਦੇ ਬਦਲੇ ਦੂਸਰੀ ਚੀਜ਼ ਉਸ ਵਿਅਕਤੀ ਨੂੰ ਦੇ ਦਿੰਦਾ ਸੀ ਅਤੇ ਉਸ ਤੋਂ ਆਪਣੀ ਲੀਡ ਦੀ ਜਿਹੜੀ ਲੋੜ ਸੀਗੀ, ਨੀਡ ਹੁੰਦੀ ਸੀ, ਉਸ ਨੂੰ ਲੈ ਸਕਦਾ। ਜਿਵੇਂ ਕਿਸੇ ਵਿਅਕਤੀ ਨੂੰ ਕਣਕ ਦੀ ਲੋੜ ਹੈ ਤਾਂ ਉਸ ਨੂੰ ਕਣਕ ਦੇ ਸਕਦੇ ਸੀ, ਦੂਸਰੇ ਨੂੰ ਚਾਵਲ ਦੀ ਲੋੜ ਹੈ ਤਾਂ ਉਸਨੂੰ ਚਾਵਲ ਦੇ ਦਿੰਦਾ ਸੀ, ਇੱਕ ਦੂਸਰੇ ਨਾਲ ਉਹ ਐਕਸਚੇਂਜ ਕਰ ਲੈਂਦੇ ਸੀਗੇ। ਇਸ ਨੂੰ ਵਾਟਰ ਸਿਸਟਮ ਕਹਿੰਦੇ ਸੀ। ਆਰਟੀਸਨ ਲਾਈਕ ਬਲੈਕਸਮਿਥ, ਚਾਰਟੋਮੇਕਰ, ਕਾਰਪੈਂਟਰਸ, ਵੇਬਰ, ਪੋਟਰਸ ਐਟਸਟਰਾ। ਸੋ ਲੁਹਾਰ ਹੋ ਗਿਆ, ਰੱਥਕਾਰ ਹੋ ਗਏ, ਤਰਖਾਣ ਹੋ ਗਏ, ਜਲਾਏ ਹੋ ਗਏ, ਘੁਮਿਆਰ ਹੋ ਗਏ, ਇਹ ਆਦਿ ਜਿਹੜੇ ਕਾਰੀਗਰ ਸੀਗੇ ਇਹ ਵੈਦਿਕ ਕਾਲ ਦੇ ਵਿੱਚ ਆਰਥਿਕ ਜੀਵਨ ਦੇ ਇੰਪੋਰਟੈਂਟ ਪਾਰਟ ਸੀਗੇ। ਵੈਦਿਕ ਕਾਲ ਦੇ ਵਿੱਚ ਜਿਹੜਾ ਕਿ ਆਰਥਿਕ ਤੌਰ 'ਤੇ ਲਾਈਫ ਨੂੰ ਡਿਵੈਲਪ ਕਰ ਸਕਦੇ ਸੀ। ਦੇ ਆਰ ਰਿਸਪੈਕਟਡ ਫੋਰ ਦੇਅਰ ਸਕਿੱਲਸ ਐਂਡ ਦਾ ਸੋਸਾਇਟੀ ਡਿਪੈਂਡ ਔਨ them for their daily needs. Trades were also carried on both by land routes and by boats and ships in river and seas। ਸੋ ਜਿਹੜੀ ਵੈਦਿਕ ਸਮੇਂ ਦੇ ਵਿੱਚ ਜਿਹੜੇ ਲੋਕ ਸੀ ਇਹਨਾਂ ਦੀ ਪੂਰਾ ਆਦਰ ਸਨਮਾਨ ਕਰਦੇ ਸੀ ਕਿ ਜਿਹੜੇ ਲੋਕ ਕੀ ਸੀਗੇ ਇਸ ਸੁਸਾਇਟੀ ਦੇ ਲਈ ਕੀ ਹੈਗੇ ਹਰ ਰੋਜ਼ ਚੀਜ਼ਾਂ ਦਾ ਨਿਰਮਾਣ ਕਰਦੇ ਸੀ, ਉਹਨਾਂ ਦੀਆਂ ਡੇਲੀ ਜ਼ਰੂਰਤਾਂ ਦੀ ਲੋੜਾਂ ਨੂੰ ਪੂਰੀਆਂ ਕਰਦੇ ਸੀ ਅਤੇ ਪੂਰਨ ਤੌਰ 'ਤੇ ਇਹਨਾਂ ਦੇ ਉੱਪਰ ਨਿਰਭਰ ਕਰਦੇ ਹੁੰਦੇ ਸੀਗੇ। ਸੋ ਇਸ ਲਈ ਉਹਨਾਂ ਨੂੰ ਪੂਰੀ ਜਿਹੜੀ ਰਿਸਪੈਕਟ ਉਹ ਦਿੱਤੀ ਜਾਂਦੀ ਸੀਗੀ। ਵਪਾਰ ਦੇ ਲਈ ਉਹ ਕੀ ਸੀਗਾ ਲੈਂਡ ਦਾ ਵੀ ਇਸਤੇਮਾਲ ਕਰਦੇ ਸੀਗੇ, ਠੀਕ ਆ, ਔਰ ਰਿਵਰ ਐਂਡ ਸੀ ਦਾ ਵੀ ਇਸਤੇਮਾਲ ਕਰਦੇ ਸੀ ਕਿ ਦੋਨਾਂ ਰਾਹੀਂ ਉਹ ਕੀ ਹੈ ਵਪਾਰ ਜਿਹੜਾ ਕਰਦੇ ਹੁੰਦੇ ਸੀ। ਕਿਸ਼ਤੀਆਂ ਜਹਾਜ਼ਾਂ ਰਾਹੀਂ ਇੱਕ ਥਾਂ ਤੋਂ ਦੂਸਰੀ ਜਗ੍ਹਾ 'ਤੇ ਉਹ ਜਾਂਦੇ ਰਹੇ ਨੇਗੇ। Next and the religious life. The religious belief of the Vedic people was simple. They worshipped nature by composing and chanting hymns of gods and offered oblations during the sacrifices। ਸੋ ਵੈਦਿਕ ਲੋਕ ਸੀਗੇ ਜਿਹੜੇ ਉਹ ਧਾਰਮਿਕ ਵਿਸ਼ਵਾਸ ਸੀਗੇ ਜਿਹੜੇ ਉਹਨਾਂ ਦੇ ਉਹ ਬਹੁਤ ਹੀ ਸਿੰਪਲ ਤਰੀਕੇ ਦੇ ਸੀਗੇ, ਬੜੇ ਸਧਾਰਨ ਸੀਗੇ। ਉਹ ਕੁਦਰਤੀ ਜਿਹੜੀ ਪੂਜਾ ਕਰਦੇ ਹੁੰਦੇ ਸੀਗੇ, ਠੀਕ ਹੈ, ਕੁਦਰਤੀ ਦੇਵੀ ਦੇਵਤਿਆਂ ਦੀ ਪ੍ਰਸ਼ੰਸਾ ਦੇ ਲਈ ਉਹ ਕੀ ਕਰਦੇ ਸੀ ਮੰਤਰ ਲਿਖ ਕੇ ਬਾਅਦ ਦੇ ਵਿੱਚ ਉਹਨਾਂ ਦਾ ਜਿਹੜਾ ਉਚਾਰਨ ਕਰਦੇ ਹੁੰਦੇ ਸੀਗੇ। ਦੇਅਰ ਨੰਬਰਸ ਗੋਡਸ ਰਿਪਰੈਜ਼ੈਂਟਡ ਨੈਚੁਰਲ ਫੀਨੋਮੀਨਾ ਅਰਾਊਂਡ them। ਸੋ ਉਹ ਪਰਮਾਤਮਾ ਨੂੰ ਜਿਹੜਾ ਖੁਸ਼ ਕਰਨ ਦੇ ਲਈ, ਨੇਚਰ ਨੂੰ ਜਾਣੀ ਕਿ ਖੁਸ਼ ਕਰਨ ਦੇ ਲਈ ਉਹ ਅਲੱਗ-ਅਲੱਗ ਸਮੇਂ ਦੇ ਉੱਪਰ ਜਿਹੜੇ ਜੱਗ ਜਾਂ ਆਹੂਤੀਆਂ ਦਿੰਦੇ ਰਹਿੰਦੇ ਸੀਗੇ। ਔਰ ਉਹਨਾਂ ਦੇ ਜਿਹੜੇ ਆਸ-ਪਾਸ ਕਈ ਕੁਦਰਤੀ ਜਿਹੜੀਆਂ ਸ਼ਕਤੀਆਂ ਸੀ ਜਾਂ ਦੇਵਤੇ ਸੀਗੇ ਜਿਨ੍ਹਾਂ ਨੂੰ ਉਹ ਅਲੱਗ-ਅਲੱਗ ਪਾਰਟ ਦੇ ਵਿੱਚ ਡਿਵਾਈਡ ਕਰਦੇ ਸੀਗੇ। ਸੋ ਵੀ ਕੈਨ ਡਿਵਾਈਡ ਇਨਟੂ 3 ਕੈਟਾਗਰੀ। ਸੋ 3 ਕੈਟਾਗਰੀਜ਼ ਦੇ ਵਿੱਚ ਉਹ ਇਹਨਾਂ ਨੂੰ ਵੰਡਦੇ ਹੁੰਦੇ ਸੀਗੇ ਜਿਹੜੇ ਉਹਨਾਂ ਦੇ ਧਾਰਮਿਕ ਜੀਵਨ ਦੇ ਨਾਲ ਸੰਬੰਧ ਸੀ। ਫਸਟ ਆਉਂਦਾ ਹੈ ਟੈਰੇਸਟਰੀਅਲ ਗੋਡ ਲਾਈਕ
ਪ੍ਰਿਥਵੀ ਅਰਥ ਹੋ ਗਿਆ, ਅਗਨੀ ਫਾਇਰ ਹੋ ਗਿਆ, ਸੋਮ ਜਿਹੜਾ ਉਹ ਸਪੈਸ਼ਲ plant whose use was used a drink at specials। ਸੋ ਪਹਿਲਾ ਜਿਹੜਾ ਸੀਗਾ ਉਹ ਪ੍ਰਿਥਵੀ ਦੇ ਨਾਲ ਸੰਬੰਧਿਤ ਸੀਗਾ। ਪ੍ਰਿਥਵੀ ਜਿਹੜੀ ਅਰਥ ਸੀਗੀ ਉਸ ਨੂੰ ਦੇਵਤਾ ਮੰਨਿਆ ਜਾਂਦਾ ਸੀਗਾ, ਅੱਗ ਨੂੰ ਜਿਹੜਾ ਦੇਵਤਾ ਮੰਨਿਆ ਜਾਂਦਾ ਸੀਗਾ, ਠੀਕ ਹੈ। ਔਰ ਸੋਮ ਸੀਗਾ ਜਿਹੜਾ ਉਸ ਨੂੰ ਦੇਵਤਾ ਸਮਝਿਆ ਜਾਂਦਾ ਸੀਗਾ। ਦੂਸਰੇ ਦੇ ਵਿੱਚ ਐਟਮੋਸਫੇਅਰ ਦੇ ਨਾਲ ਸੰਬੰਧਿਤ ਸੀਗੇ ਜਿਹੜੇ, ਜਾਣੀ ਕਿ ਵਾਯੂਮੰਡਲ ਦੇ ਨਾਲ ਸੰਬੰਧਿਤ ਸੀ, ਆਕਾਸ਼ ਦੇ ਨਾਲ ਸੰਬੰਧਿਤ ਸੀ। ਉਸ ਦੇ ਲਈ ਕਿਹੜੇ ਗੋਡ ਉਹਨਾਂ ਨੇ ਬਣਾਏ ਹੋਏ ਸੀ। ਇੰਦਰਾ ਸੀਗਾ ਜਿਹਨੂੰ ਗੋਡ ਆਫ ਥੰਡਰ ਜਾਂ ਰੇਨ ਦਾ ਨਾਮ ਨਾਲ ਜਾਣਿਆ ਜਾਂਦਾ ਸੀ, ਜਾਣੀ ਕਿ ਵਰਖਾ ਅਤੇ ਤੂਫਾਨ ਦਾ ਜਿਹੜਾ ਦੇਵਤਾ ਸੀ ਉਹ ਇੰਦਰ ਦੇਵਤਾ ਸੀਗਾ। ਦੂਸਰਾ ਆਉਂਦਾ ਹੈਗਾ ਗਾ ਮਾਰੂਤੀ ਸੀਗਾ ਜਿਹੜਾ ਉਹ ਹਵਾ ਦਾ ਦੇਵਤਾ ਸੀਗਾ ਜਾਂ ਵਾਯੂ ਦਾ ਦੇਵਤਾ ਸੀ, ਕਹਿ ਸਕਦੇ ਹੈਗੇ ਮਾਰੂਤੀ ਨੂੰ। ਨੈਕਸਟ ਆਉਂਦਾ heavenly gods like ਵਰੁਣ, ਸੂਰਿਆ, ਪੁਸ਼ਾਣ, ਵਿਸ਼ਨੂੰ, ਅਸ਼ਵਿਨੀ। ਸੋ ਇਹ ਸਾਰੇ ਜਿਹੜੇ ਦੇਵਤੇ ਸੀਗੇ ਇਹ ਕਿਹੜੇ ਸੀਗੇ? ਹੈਵਨਲੀ ਗੋਡ ਸੀਗੇ, ਜਾਣੀ ਕਿ ਪੁਲਾੜ ਦੇ ਦੇਵਤੇ ਸੀਗੇ। Beside these there were other gods too। Varuna and Indra were the most important gods। ਸੋ ਵਰੁਣ ਜਿਹੜਾ ਸੀਗਾ ਰਿਗਵੇਦਿਕ ਕਾਲ ਦੇ ਵਿੱਚ ਵਰੁਣ ਹੋ ਗਿਆ ਐਂਡ ਇੰਦਰ ਹੋ ਗਿਆ, ਜਿਹੜਾ ਇਹ ਇੰਪੋਰਟੈਂਟ ਦੇਵਤੇ ਸੀਗੇ, ਸਭ ਤੋਂ ਇੰਪੋਰਟੈਂਟ, ਇਹਨਾਂ ਦੀ ਵੱਧ ਪੂਜਾ ਜਿਹੜੀ ਕੀਤੀ ਜਾਂਦੀ ਸੀਗੀ। Indra was the most important gods during the Rigvedic period। Indra became most important in the later Vedic period when a number of new gods were added। The religious scriptures that were simple during and Rigveda period become very elaborate and expansion in the later Vedic period। ਸੋ ਉੱਤਰ ਵੈਦਿਕ ਕਾਲ ਦੇ ਵਿੱਚ ਜਿਹੜੇ ਬਹੁਤ ਸਾਰੇ ਦੇਵਤੇ ਹੋ ਚੁੱਕੇ ਸੀਗੇ, ਪਰ ਇਹਨਾਂ ਦੇਵਤਿਆਂ ਦੇ ਆਉਣ ਦੇ ਬਾਵਜੂਦ ਜਿਹੜਾ ਇੰਦਰ ਦੇਵਤਾ ਸੀ ਉਹ ਸਭ ਤੋਂ ਮਹੱਤਵਪੂਰਨ ਬਣ ਚੁੱਕਿਆ ਸੀਗਾ। ਧਾਰਮਿਕ ਯੱਗ ਸੀਗੇ ਜਿਹੜੇ ਉਹ ਰਿਗਵੇਦਿਕ ਕਾਲ ਦੇ ਵਿੱਚ ਸਾਦੇ ਹੁੰਦੇ ਸੀਗੇ, ਅਤੇ ਉੱਤਰ ਵੈਦਿਕ ਕਾਲ ਦੇ ਵਿੱਚ ਇਹ ਬਹੁਤ ਹੀ ਜ਼ਿਆਦਾ ਜਿਹੜੇ ਕਠਿਨ ਅਤੇ ਮਹਿੰਗੇ ਹੋ ਗਏ ਸੀਗੇ, ਜਾਣੀ ਕਿ ਬਹੁਤ ਸਾਰਾ ਜਿਹੜਾ ਖਰਚਾ ਇਹਨਾਂ ਦੇ ਉੱਪਰ ਆਉਣ ਲੱਗ ਗਿਆ ਸੀਗਾ। Sacrifice occupied an important place in the early Vedic rituals। Sacrifice included offering of milk, grain, ghee and animal extra। Agni gods were famous because no sacrifice could be performed without offering to them। ਮੁੱਢਲੇ ਵੈਦਿਕ ਕਾਲ ਦੇ ਜਿਹੜੇ ਧਾਰਮਿਕ ਰੀਤੀ ਰਿਵਾਜ ਸੀਗੇ ਉਹਨਾਂ ਦੇ ਵਿੱਚ ਬਲੀ ਅਤੇ ਜੱਗ ਇੱਕ ਇੰਪੋਰਟੈਂਟ ਜਿਹੜਾ ਰੋਲ ਅਦਾ ਕਰਦਾ ਸੀਗਾ। ਉਹਨਾਂ ਦਾ ਪਲੇਸ 'ਤੇ ਬਣਿਆ ਹੋਇਆ ਸੀ, ਇੰਪੋਰਟੈਂਟ ਪਲੇਸ ਸੀਗਾ ਉਸ ਸਮੇਂ ਦੇ ਵਿੱਚ। ਜੱਗਾਂ ਦੇ ਵਿੱਚ ਉਹ ਜ਼ਿਆਦਾਤਰ ਕਿਸੇ ਦਾ ਦੁੱਧ ਹੋ ਗਿਆ, ਅਨਾਜ ਹੋ ਗਿਆ, ਘਿਓ ਹੋ ਗਿਆ, ਪਸ਼ੂਆਂ ਦੀ ਜਿਹੜੀ ਉਹ ਅਦੁੱਤੀ ਜਾਂ ਬਲੀ ਉਹ ਦੇ ਦਿੰਦੀ ਸੀਗੀ। ਅਤੇ ਅਗਨੀ ਦੇਵਤਾ ਸੀਗਾ ਜਿਹੜਾ ਉਹ ਅੱਗ ਦਾ ਦੇਵਤਾ ਸੀਗਾ, ਮਸ਼ਹੂਰ ਸੀਗਾ, ਔਰ ਉਸ ਨੂੰ ਅਦਿੱਤੀ ਦਿੱਤੇ ਬਗੈਰ ਉਸ ਨੂੰ ਜਿਹੜਾ ਕੋਈ ਵੀ ਇਹਨਾਂ ਚੀਜ਼ਾਂ ਦੇ ਵਿੱਚੋਂ ਬਲੀ ਹੋ ਗਈ, ਚਾਹੇ ਉਹ ਫੂਡ ਹੋ ਗਿਆ ਜਾਂ ਮਿਲਕ ਹੋ ਗਿਆ, ਜੇਕਰ ਉਹ ਨਹੀਂ ਦਿੰਦੇ ਸੀ ਤਾਂ ਉਹ ਜੱਗ ਜਿਹੜਾ ਉਹ ਪੂਰਨ ਨਹੀਂ ਸਮਝਿਆ ਜਾਂਦਾ ਸੀਗਾ ਕਿ ਉਹ ਕੰਪਲੀਟ ਹੋ ਚੁੱਕਿਆ। ਸੋ ਉਹ ਜ਼ਰੂਰੀ ਸੀਗਾ ਕਿ ਅਗਨੀ ਦੇਵਤਾ ਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਜੱਗ ਦੇ ਬਲੀ ਦੇ ਰੂਪ ਵਿੱਚ ਜਿਹੜੀਆਂ ਪ੍ਰੋਵਾਈਡ ਕੀਤੀਆਂ ਜਾਣ, ਸੋ ਫਿਰ ਹੀ ਉਹਨਾਂ ਦਾ ਜਿਹੜਾ ਜੱਗ ਉਹ ਪੂਰਾ ਹੋ ਗਿਆ। Next is the science and technology। We get some useful information from the Vedic literature about the knowledge of science and technology during this period। Mathematical and its branches like algebra, geometry, trigonometers were highly advanced। Astronomy and astrology were also well known। Vedic people could calculate the movement of planets, occurrence of the eclipse of the sun and moon, rotation of the earth on its axis and around the sun। The medical science were Ayurvedics were fairly advanced। ਸੋ ਵੈਦਿਕ ਸਾਧ ਤੋਂ ਸਾਨੂੰ ਜਿਹੜਾ ਬਹੁਤ ਸਾਰਾ ਕੁਝ ਸਿੱਖਣ ਨੂੰ ਮਿਲਦਾ ਹੈਗਾ ਗਾ। ਵੈਦਿਕ ਲਿਟਰੇਚਰ ਜਿਹੜਾ ਸਾਨੂੰ ਬਹੁਤ ਸਾਰੀ ਜਿਹੜੀ ਜਾਣਕਾਰੀ ਦਿੰਦਾ ਹੈਗਾ ਗਾ, ਔਰ ਸਾਨੂੰ ਸਾਇੰਸ ਅਤੇ ਟੈਕਨੋਲੋਜੀ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਆ ਉਸ ਸਮੇਂ ਦੇ ਵਿੱਚ ਮਹੱਤਵਪੂਰਨ ਜਾਣਕਾਰੀ ਸਾਨੂੰ ਮਿਲਦੀ ਹੈ ਵੈਦਿਕ ਲਿਟਰੇਚਰ ਤੋਂ। ਇਸ ਸਮੇਂ ਦੇ ਵਿੱਚ ਜਿਹੜਾ ਗਣਿਤ ਵੀ ਪੂਰੇ ਚਰਮ ਸੀਮਾ ਦੇ ਉੱਪਰ ਸੀਗਾ ਆਪਣਾ, ਜਾਣੀ ਕਿ ਪੂਰਨ ਤੌਰ 'ਤੇ ਵਿਕਸਿਤ ਹੋ ਚੁੱਕਿਆ ਸੀਗਾ। ਰੇਖਾ ਗਣਿਤ ਹੋ ਗਿਆ, ਤ੍ਰਿਕੋਣਮਿਤੀ ਹੋ ਗਿਆ, ਠੀਕ ਹੈ, ਇਹ ਵੀ ਉਸ ਸਮੇਂ ਦੇ ਵਿੱਚ ਪੂਰੀਆਂ ਜਿਹੜੀਆਂ ਉੱਨਤ ਹੋਈਆਂ ਸੀਗੀਆਂ। ਐਸਟਰੋਨੋਮੀ ਐਂਡ ਐਸਟਰੋਲੋਜੀ ਵੀ ਇਸ ਸਮੇਂ ਦੇ ਵਿੱਚ ਕੀ ਹੈਗਾ ਗਾ ਜਾਣੇ ਜਾਂਦੇ ਸੀ। ਖਗੋਲ ਅਤੇ ਜੋਤਿਸ਼ ਵਿੱਦਿਆ ਜਿਹੜੀ ਉਹ ਵੀ ਬਹੁਤ ਉੱਨਤ ਸੀਗੀ ਇਸ ਸਮੇਂ ਦੇ ਵਿੱਚ। ਵੈਦਿਕ ਲੋਕਾਂ ਨੂੰ ਜਿਹੜਾ ਗ੍ਰਹਿਆਂ ਦੀ ਗਤੀ, ਸੂਰਜ ਅਤੇ ਚੰਦਰਮਾ ਦੇ ਗ੍ਰਹਿਣ, ਪ੍ਰਿਥਵੀ ਦਾ ਆਪਣੀ ਧੁਰੀ ਉੱਤੇ ਅਤੇ ਸੂਰਜ ਦੇ ਇਰਦ ਗਿਰਦ ਪਰਿਕਰਮਾ ਬਾਰੇ ਜਿਹੜਾ ਗਿਆਨ ਉਹਨਾਂ ਨੂੰ ਪੂਰਨ ਤੌਰ 'ਤੇ ਸੀਗਾ।
ਔਰ ਚਿਕਿਤਸਕਾ ਦਾ ਜਿਹੜਾ ਵਿਗਿਆਨ ਮੈਡੀਕਲ ਸਾਇੰਸ ਨਾਲ ਸੰਬੰਧਿਤ ਜਿਹੜਾ ਵਿਗਿਆਨ ਹੁੰਦਾ ਸੀਗਾ ਉਸ ਨੂੰ ਆਯੁਰਵੇਦ ਕਿਹਾ ਜਾਂਦਾ ਸੀਗਾ, ਅਤੇ ਇਹ ਵੀ ਪੂਰਾ ਐਡਵਾਂਸ ਹੁੰਦਾ ਸੀ ਉਸ ਸਮੇਂ ਦੇ ਵਿੱਚ ਪੂਰਾ ਜਿਹੜਾ ਵਿਕਸਿਤ ਹੋਇਆ ਮੰਨਿਆ ਜਾਂਦਾ ਸੀਗਾ। ਸੋ ਇਹ ਸੀਗਾ ਅੱਜ ਦਾ ਸਾਡਾ ਚੈਪਟਰ ਵੈਦਿਕ ਕਾਲ ਨਾਲ ਸੰਬੰਧਿਤ, ਜਿਸ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਹੈਗੀ ਮਾਸਟਰ ਕੈਡਰ ਦੇ ਲਈ, PS ਟੈਟ ਦੇ ਲਈ। ਸੋ ਜੇਕਰ ਵੀਡੀਓ ਅੱਛੀ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ, ਔਰ ਇਸ ਨੂੰ ਵੱਧ ਤੋਂ ਵੱਧ ਜਿਹੜੇ ਫਰੈਂਡਸ ਦੇ ਵਿੱਚ ਉਹ ਸਰਕਲ ਵਿੱਚ ਸ਼ੇਅਰ ਜ਼ਰੂਰ ਕਰ ਦਿਆ ਕਰੋ, ਤਾਂ ਜੋ ਉਸ ਹਫ਼ਤੇ ਕਿ ਜਿਹੜੀ ਵੀਡੀਓ ਪਹੁੰਚ ਸਕੇ। ਅਤੇ ਆਪਣੇ ਜਿਹੜੇ ਸੁਝਾਅ ਨੇ ਉਹ ਦੇਣੇ ਨਾ ਭੁੱਲਿਆ ਕਰੋ, ਤਾਂ ਜੋ ਅਸੀਂ ਤੁਹਾਡੇ ਸੁਝਾਅ ਦੇ ਅਕੋਰਡਿੰਗ ਵੀਡੀਓ ਦੇ ਵਿੱਚ ਮੋਡੀਫਿਕੇਸ਼ਨ ਕਰਕੇ ਉਸਨੂੰ ਵਧੀਆ ਤੋਂ ਵਧੀਆ ਤੁਹਾਡੇ ਸਾਹਮਣੇ ਪੇਸ਼ ਕਰ ਸਕੀਏ। ਥੈਂਕ ਯੂ ਵੈਰੀ ਮੱਚ।